प्राइम मिनिस्टर 92 ट्रैफिक है, वो बोलता ही है, सुनता किसी की पहले 5 साल तो वो विदेशों च ज़्यादा उन्हें मीटिंगां कीतियां, रैलियां कीतियां, घूमिया जिन्ने पूरे दुनिया के देश, तो इत्थे घट सी। और बहुत बारे लगन लग गया सी कि मोदी साहब इत्थे कदों आउणगे। पहला झारखंड वाले चीफ मिनिस्टर ने कहा, फिर पश्चिमी बंगाल की चीफ मिनिस्टर ने कहा कि आ जिहड़ा करोना के दौर के विच भी नरेंद्र मोदी ने जो गल की है चीफ मिनिस्टर नाल, अपनी कह के फोन कटता, साडी तो सुनते ही नहीं। प्रधानमंत्री ने अपना रुख कायम रखिया, मैं ना मानू वाली गल। नोटबंदी सब तो पहला सी 8 बजे प्रधानमंत्री आउंदे ने टीवी ते कि एक बड़ी गल करनी है, तो बड़ी गल ये होंदी है कि तुहाडी जेबां च, तुहाडे खजानिਆਂ च जो भी रखिया होया सारा रद्दी है, तो कल तो ये नहीं चलणगे। ਕੀ ਹੁਣ ਦੇਸ਼ ਦੀ ਜਨਤਾ ਹਾਲੇ ਹੁਣ ਸੋਚਣ ਦੇ ਕਾਬਿਲ ਹੋ ਗਈ ਹੈ ਕਿ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੀਦਾ ਹੁੰਦਾ ਹੈ ਜਾਂ ਨਹੀਂ ਹੋ ਗਈ ਹੈ? ਤੁਹਾਨੂੰ ਟੋ ਲੱਗਦੀ ਹੈ ਕਿ ਕੋਈ ਅਵੇਅਰਨੈਸ ਆਈ ਹੈ ਪਿਛਲੇ 7 ਸਾਲਾਂ ਦੇ ਦੌਰਾਨ? तो सब तो ਵੱਧ डैमेज 7 ਸਾਲਾਂ ਚ ਅਗਰ ਬ੍ਰਾਂਡ ਮੋਦੀ ਨੂੰ ਕੀਤਾ ਹੈ ਤਾਂ ਉਹ ਕਿਸਾਨ ਅੰਦੋਲਨ ਨੇ ਕੀਤਾ। ਉਹਦੇ ਕਾਰਨ ਦੋ ਜੇ ਨੋਟਬੰਦੀ ਦੀ ਮੁਖਾਲਫਤ ਵੀ ਡੈਂਟ ਨਹੀਂ ਪਾ ਸਕੀ, ਜੀਐਸਟੀ ਦੀ ਮੁਖਾਲਫਤ ਨਾ ਉਹਨਾਂ ਨੇ ਬਿਲਕੁਲ, ਸੀਏ ਵੀ ਡੈਂਟ ਇੰਨਾ ਜ਼ਿਆਦਾ ਨਹੀਂ ਪਾ ਸਕਿਆ ਸੀ। ਇੱਕ ਰਿਪੋਰਟ ਇਹ ਆਉਂਦੀ ਹੈ ਕਿ ਹਿੰਦੁਸਤਾਨ ਜਿਹੜਾ ਹੁਣ ਉਹ ਅਰਧ ਆਜ਼ਾਦ ਸਟੇਟ ਬਣ ਗਿਆ, ਉਹ ਪੂਰਾ ਮਤਲਬ ਆਜ਼ਾਦ ਸਟੇਟ ਵੀ ਨਹੀਂ ਰਿਹਾ। ਇਹ ਬਹੁਤ ਬੜੀ ਇੱਕ ਡੈਮੇਜਿੰਗ ਗੱਲ ਸੀਗੀ ਸਰਕਾਰ ਦੇ ਲਈ। ਜਿਹੜਾ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਸੀ ਕਿ ਹੁਣ ਉਹ ਸਾਰੀ ਦੁਨੀਆ ਬੁਲਾ ਰਹੀ ਹੈ, ਉਦੋਂ ਬਾਅਦ ਸਗੋਂ ਦੁਨੀਆ ਵਾਲੇ ਇੱਥੇ ਆਉਣਾ ਵੀ ਨਾਪਸੰਦ ਕਰਨ ਲੱਗ ਗਏ, ਸਾਰੇ ਕਿਸੇ ਨਾ ਕਿਸੇ ਬਹਾਨੇ ਹਟਣ ਲੱਗ ਗਏ, ਤੇ ਨਾ ਪ੍ਰਧਾਨ ਮੰਤਰੀ ਨੂੰ ਬੁਲਾਉਣ ਦੀ ਜਿਹੜੀ ਗੱਲ ਹੈ ਉਹ ਵੀ ਨਹੀਂ। ਬੰਗਾਲ ਤੇ ਤਾਂ ਜਿੰਨਾ ਜ਼ੋਰ ਲਾਇਆ ਇਹਨਾਂ ਨੇ ਸ਼ਾਇਦ ਹੀ ਕਦੇ ਇੰਨਾ 2019 ਚ ਨਹੀਂ ਲੱਗਿਆ ਇਹਨਾਂ ਦਾ, ਆਪਣਾ ਆਮ ਚੋਣਾਂ ਚ ਨਹੀਂ, ਉਹ ਆਮ ਚੋਣਾਂ ਚ ਨਹੀਂ ਲੱਗਿਆ। ਤੇ ਕੱਲੀ ਮਮਤਾ ਲੜ ਰਹੀ ਹੈ ਕਿ ਛੋਟੇ ਸਟੇਟ ਦੀ ਪਾਰਟੀ, ਉਹਦੇ ਕੋਲ ਵਸੀਲੇ ਵੀ ਘੱਟ ਹੁੰਦੇ ਨੇ, ਬਾਕੀ ਚੀਜ਼ਾਂ ਨੇ, ਪਰ ਐਡੀ ਵੱਡੀ ਹਾਰ ਸ਼ਾਇਦ ਹਿਸਟਰੀ 'ਚ ਐ ਨਹੀਂ ਹੁੰਦੀ। ਇੰਨਾ ਜ਼ੋਰ ਲਾ ਕੇ ਹਾਰਾਂ ਜਿੱਤਾਂ ਬਣੀਆਂ ਰਹਿੰਦੀਆਂ ਨੇ, ਪਰ ਇੰਨਾ ਜ਼ੋਰ ਲਾ ਕੇ ਤੁਸੀਂ, ਇਸੇ ਕਰਕੇ ਬੀਜੇਪੀ ਨੂੰ ਹਜਮ ਨਹੀਂ ਆ ਰਹੀ। ਜਦੋਂ ਤਾਂ ਟਾਈਮ ਮੈਗਜ਼ੀਨ ਮੋਦੀ ਨੂੰ ਸਟਰੋਂਗੈਸਟ ਪ੍ਰਧਾਨ ਮੰਤਰੀ ਦੇ ਤੌਰ ਤੇ ਟਾਈਟਲ ਤੇ ਛਾਪਦਾ ਹੈ, ਉਦੋਂ ਕਹਿੰਦੇ ਨੇ ਕਮਾਲ ਹੈ ਜੀ, ਦੁਨੀਆ ਲੋਹਾ ਮੰਨਣ ਲੱਗ ਗਈ ਸਾਡਾ ਬੜਾ ਵੱਡਾ ਬਣ ਕੇ। ਜਦ ਉੱਥੇ ਹੀ ਕਿਸਾਨ ਬੀਬੀਆਂ ਦੀ ਫੋਟੋ ਆ ਜਾਂਦੀ ਹੈ ਉਸੇ ਟਾਈਟਲ ਤੇ, ਫਿਰ ਤੁਹਾਨੂੰ ਲੱਗਦਾ ਕਿ ਉਹ ਸਾਡੇ ਖਿਲਾਫ ਸਾਜ਼ਿਸ਼ ਕਰ ਰਹੇ ਨੇ। ਕਾਊਂਟਰ ਬੀਜੇਪੀ ਦਾ ਕਾਂਗਰਸ ਨਹੀਂ ਬਣ ਸਕਦੀ। ਕਾਂਗਰਸ ਲਗਾਤਾਰ ਗਿਰਾਵਟ ਦੇ ਵਿੱਚ ਹੈ। ਆਸ ਰਾਜਾਂ ਦੇ ਵਿੱਚ ਵੀ ਜੋ ਹੋਇਆ ਸਭ ਦੇ ਸਾਹਮਣੇ ਹੈ, ਪਰ ਹਾਂ ਕਾਂਗਰਸ ਅਜੇ ਵੀ ਵੱਡੀ ਪਾਰਟੀ ਹੈਗੀ ਹੈ। ਉਹਦੇ ਨਾਲ ਮਿਲ ਕੇ ਚੱਲਣ 'ਚ ਕਾਂਗਰਸ ਦਾ ਰੋਲ ਹੋ ਸਕਦਾ, ਇਕੱਲੇ ਤੌਰ 'ਤੇ। ਜਦੋਂ ਮਨਰੇਗਾ ਆਇਆ, ਜਦੋਂ ਆਰਟੀਆਈ ਆਇਆ, ਜਦੋਂ ਰਾਈਟ ਟੂ ਫੂਡ ਦੀ ਗੱਲ ਚੱਲਣ ਲੱਗੀ, ਜਦੋਂ ਵੱਖ-ਵੱਖ ਟਾਈਪ ਦੇ ਨਾਂ ਜਿਹੜੇ ਆਏ ਸੀ, ਉਹਨੇ ਦੁਬਾਰਾ ਮਨਮੋਹਨ ਸਿੰਘ ਦੇ ਨਾਂ 'ਤੇ ਵੋਟਾਂ ਪਈਆਂ ਸੀ। ਪਰ ਉਦੋਂ ਬਾਅਦ ਚੱਲਦੇ ਰਾਹੁਲ ਗਾਂਧੀ ਵੀ ਜ਼ਿਆਦਾ ਓਵਰ ਐਂਬੀਸੀਅਸ। ਉਹ ਜਿਹੜੇ ਕ੍ਰਿਮੀਨਲਾਂ ਬਾਰੇ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਸੀ, ਉਹ ਲਾ ਲੈ ਆਏ ਸੀ, ਤੇ ਇਹਨਾਂ ਨੇ ਚੱਕ ਕੇ ਪਾੜਤਾ ਸੀ ਰਾਹੁਲ ਗਾਂਧੀ ਨੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਹੋ ਕੇ ਵੀ ਇਹਦਾ ਕੀ ਹੈ। ਤੇ ਪ੍ਰਾਈਮ ਮਿਨਿਸਟਰ ਉਦੋਂ ਵਿਦੇਸ਼ ਦੌਰੇ ਤੇ ਗਏ ਹੋਏ ਸੀਗੇ ਉਸ ਸਮੇਂ। ਜਦੋਂ ਤੁਸੀਂ ਆਪਣੇ ਜਿਹੜਾ ਮੇਨ ਸੀਟ ਤੇ ਬੈਠਾ ਕੋਈ ਵਿਅਕਤੀ ਹੈ, ਉਹਦੀ ਇਸ ਢੰਗ ਨਾਲ ਇਨਸਲਟ ਕਰੋਗੇ, ਬੇਇੱਜ਼ਤੀ ਕਰੋਗੇ, ਤਾਂ ਕ੍ਰੈਡੀਬਿਲਿਟੀ ਉਸ ਪਾਸੇ ਬਣ ਜਾਂਦੀ ਹੈ। ਸਕਾਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਵੈਸੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ, ਜੇਕਰ ਪੰਜਾਬ ਦੇ ਪ੍ਰਪੇਖ 'ਚ ਗੱਲ ਕੀਤੀ ਜਾਏ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜੋ ਖਿਲਾਰਾ ਪਿਆ ਹੋਇਆ, ਕਾਂਗਰਸ ਹਾਈਕਮਾਨ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਮੀਟਿੰਗਾਂ ਦਾ ਦੌਰ ਨਵੀਂ ਦਿੱਲੀ ਵਿਖੇ ਜਾਰੀ ਹੈ। ਜੇਕਰ ਆਪਾਂ ਕਾਂਗਰਸ ਦੇ ਬਹਾਨੇ ਨਾਲ, ਪੰਜਾਬ ਕਾਂਗਰਸ ਦੇ ਬਹਾਨੇ ਨਾਲ ਨਵੀਂ ਦਿੱਲੀ ਪਹੁੰਚ ਹੀ ਗਏ ਹਾਂ, ਤਾਂ ਇਸ ਤੋਂ ਵੀ ਵੱਧ ਜ਼ਰੂਰੀ ਲੱਗਦਾ ਕਿ ਗੱਲ ਕਰਨੀ ਬਣਦੀ ਹੈ ਨਵੀਂ ਦਿੱਲੀ ਵਿੱਚ ਜੋ ਪੂਰੇ ਦੇਸ਼ ਨੂੰ ਸੰਚਾਲਿਤ ਕਰ ਰਹੀ ਸਰਕਾਰ, ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਸਰਕਾਰ। ਇਸ ਸਰਕਾਰ ਨੂੰ ਵੈਸੇ ਤਾਂ ਹਾਲੇ ਜਿਹੜੀ ਦੂਜੀ ਟਰਮ ਆਈ ਹੈ ਉਸ ਨੂੰ ਤਾਂ ਹਾਲੇ 2 ਸਾਲ ਹੀ ਹੋਏ ਨੇ, ਪਰ ਵੈਸੇ ਇਸ ਸਰਕਾਰ ਨੂੰ 7 ਸਾਲ ਹੋ ਗਏ ਨੇ, ਕਿਉਂਕਿ ਇਸ ਤੋਂ ਪਹਿਲਾਂ 2014 ਚ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਸੱਤਾ 'ਚ ਆਈ ਸੀ, 2 ਵਾਰ ਦੇ ਕਾਂਗਰਸ ਦੇ ਯੂਪੀਏ ਦੇ ਕਾਰਜਕਾਲ ਨੂੰ ਠਿੱਬੀ ਲਾ ਕੇ। ਆਪਾਂ ਜਾਣਦੇ ਹਾਂ ਕਿ ਇਹਨਾਂ 7 ਸਾਲਾਂ ਦੇ ਵਿੱਚ ਭਾਰਤ ਕਿੰਨਾ ਬਦਲਿਆ, ਭਾਰਤੀ ਜਨਤਾ ਪਾਰਟੀ ਕਿੰਨੀ ਬਦਲੀ ਹੈ, ਨਰਿੰਦਰ ਮੋਦੀ ਦਾ ਕੱਦ ਗ੍ਰਾਫ ਕਿੰਨਾ ਵਧਿਆ, ਕਿੰਨਾ ਉਤਰਿਆ, ਖਾਸ ਕਰ ਇਸ ਕਰੋਨਾ ਜਿਹੇ ਨਾਜ਼ੁਕ ਸਮੇਂ ਦੌਰਾਨ ਉਹਦੀ ਪਰਫਾਰਮੈਂਸ ਨੂੰ ਲੈ ਕੇ ਕੌਮਾਂਤਰੀ ਪੱਧਰ ਦੇ ਉੱਤੇ, ਤੇ ਕਿਸਾਨ ਵਿਰੋਧੀ ਜਿਹੜੇ ਖੇਤੀ ਵਿਰੋਧੀ ਬਿੱਲ ਕਹੇ ਜਾਂਦੇ ਨੇ, ਕਾਨੂੰਨ ਕਹੇ ਜਾਂਦੇ ਨੇ, ਉਹਨਾਂ ਨੂੰ ਲੈ ਕੇ ਜਿਹੜਾ ਨਰਿੰਦਰ ਮੋਦੀ ਬ੍ਰਾਂਡ ਸੀ, ਜਿਹੜਾ ਇਹਨਾਂ 7 ਸਾਲਾਂ ਦੇ ਵਿੱਚ ਉਹ ਬ੍ਰਾਂਡ ਨੂੰ ਇਹ 7 ਸਾਲ ਦੇ ਫੈਸਲੇ ਮਹਿੰਗੇ ਪਏ ਨੇ, ਸਸਤੇ ਪਏ ਨੇ, ਜਾਂ ਕੌਣ ਨਫੇ 'ਚ ਹੈ ਤੇ ਕੌਣ ਨੁਕਸਾਨ 'ਚ ਹੈ। ਮੇਰੇ ਨਾਲ ਇਸ ਮੁੱਦੇ ਤੇ ਵਿਚਾਰ ਚਰਚਾ ਕਰਨ ਲਈ ਬਣੇ ਹੋਏ ਨੇ ਨਾਮਵਰ ਪੱਤਰਕਾਰ ਤੇ ਟ੍ਰਿਬਿਊਨ ਸਮੂਹ ਦੇ ਵਿੱਚ ਅੱਜ ਕੱਲ੍ਹ ਕੰਮ ਕਰ ਰਹੇ ਸਰਦਾਰ ਹਮੀਰ ਸਿੰਘ ਹੋਣੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਇਹੀ ਗੱਲ ਪੁੱਛਣਾ ਚਾਹਾਂਗਾ ਕਿ ਜਦੋਂ 2 ਵਾਰ ਦੇ ਜਿਹੜੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਹਨਾਂ ਬਾਰੇ ਭਾਰਤੀ ਜਨਤਾ ਪਾਰਟੀ ਨੇ 12-13 ਚ ਪ੍ਰਚਾਰ ਇਹ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਦੇਸ਼ ਨੂੰ ਮਿਲਿਆ ਹੋਇਆ ਹੈ।
ਗਾਂਧੀ ਪਰਿਵਾਰ ਜਾਂ ਕਾਂਗਰਸ ਹਾਈਕਮਾਨ ਹੀ ਜਿਹੜਾ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਰਨ ਕਰ ਰਹੀ ਹੈ, ਜਿਸ ਬਾਰੇ ਕਿ ਬਾਅਦ ਚ ਸੰਜੇ ਬਾਰੂ ਦੀ ਪੁਸਤਕ ਦੇ ਉੱਤੇ ਫਿਲਮ ਵੀ ਬਣੀ ਹੈ, ਤੇ ਸਾਬਤ ਕਰਕੇ ਉਹ ਆਏ ਸੀ ਕਿ ਦੇਖੋ ਜੀ, ਗੜਕ ਕੇ ਬੋਲਣ ਵਾਲਾ, ਸਟੇਜਾਂ ਤੇ ਗੱਜਣ ਵਾਲਾ, ਸੰਸਦਾਂ 'ਚ ਗੱਜਣ ਵਾਲਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਹੁਣ ਦੇਸ਼ ਨੂੰ ਮਿਲ ਗਿਆ ਹੈ। ਤਾਂ ਉਸ ਫਰਕ ਨੂੰ ਦੇਖ ਕੇ ਜੇਕਰ ਭਾਰਤ ਦੀ ਜਨਤਾ ਨੇ ਵੋਟ ਪਾਈ ਸੀ ਕਿ ਸਾਨੂੰ ਘੱਟ ਬੋਲਣ ਵਾਲਾ ਪ੍ਰਧਾਨ ਮੰਤਰੀ ਪਸੰਦ ਨਹੀਂ, ਸਾਨੂੰ ਪਰਦੇ ਪਿੱਛੇ ਰਹਿਣ ਵਾਲਾ ਪ੍ਰਧਾਨ ਮੰਤਰੀ ਪਸੰਦ ਨਹੀਂ, ਸਾਨੂੰ ਰੌਲਾ ਰੱਪਾ ਪਾਉਣ ਵਾਲਾ ਪ੍ਰਧਾਨ ਮੰਤਰੀ ਪਸੰਦ ਹੈ, ਜਾਂ ਲਿਖਿਆ ਹੋਇਆ ਭਾਸ਼ਣ ਦੇਣ ਵਾਲਾ ਪ੍ਰਧਾਨ ਮੰਤਰੀ ਪਸੰਦ ਹੈ, ਤਾਂ ਉਹਨਾਂ ਲੋਕਾਂ ਨੂੰ ਤੁਸੀਂ ਕੋਈ ਹੁਣ ਜਵਾਬ ਦੇਣਾ ਚਾਹੋਗੇ, ਜਾਂ ਉਹਨਾਂ ਦੀ ਮਨੋਸਥਿਤੀ ਦਾ ਕੋਈ ਤੁਸੀਂ ਲਾਣਾ ਚਾਹੋਗੇ ਐਨਾਲਿਸਿਸ? ਅਸਲ 'ਚ ਮੈਨੂੰ ਇਹ ਲੱਗਦਾ ਕਿ ਨਰਿੰਦਰ ਮੋਦੀ ਜਾਂ ਬੀਜੇਪੀ ਨੇ ਤਾਂ ਇਹ ਪ੍ਰਚਾਰ ਕੀਤਾ ਹੀ ਸੀ, ਖੁਦ ਕਾਂਗਰਸ ਦੇ ਅੰਦਰੋਂ ਵੀ ਹੋਣ ਲੱਗ ਗਿਆ ਸੀ ਜੀ। ਡਾਕਟਰ ਮਨਮੋਹਨ ਸਿੰਘ ਦੇ ਜਿਹੜੀ ਸੈਕੰਡ ਟਰਮ ਸੀ ਯੂਪੀਏ ਦੀ, ਉਹ ਕੇਵਲ ਤੇ ਕੇਵਲ ਮਨਮੋਹਨ ਸਿੰਘ ਕਰਕੇ ਜਿੱਤੀ ਸੀ ਯੂਪੀਏ 2। ਜਦੋਂ ਮਨਰੇਗਾ ਆਇਆ, ਜਦੋਂ ਆਰਟੀਆਈ ਆਇਆ, ਜਦੋਂ ਰਾਈਟ ਟੂ ਫੂਡ ਦੀ ਗੱਲ ਚੱਲਣ ਲੱਗੀ, ਜਦੋਂ ਵੱਖ-ਵੱਖ ਟਾਈਪ ਦੇ ਲਾ ਜਿਹੜੇ ਆਏ ਸੀ, ਉਹਨੇ ਦੁਬਾਰਾ ਮਨਮੋਹਨ ਸਿੰਘ ਦੇ ਨਾਂ 'ਤੇ ਵੋਟਾਂ ਪਈਆਂ ਸੀ ਜੀ। ਪਰ ਉਸ ਤੋਂ ਬਾਅਦ ਚਲਦੇ ਰਾਹੁਲ ਗਾਂਧੀ ਵੀ ਜ਼ਿਆਦਾ ਓਵਰ ਐਂਬੀਸੀਅਸ ਸੀ। ਤੁਹਾਡੇ ਯਾਦ ਹੋਣਾ ਕਿ ਜਦੋਂ ਰਾਹੁਲ ਗਾਂਧੀ ਨੇ ਉਹ ਜਿਹੜੇ ਕ੍ਰਿਮੀਨਲਾਂ ਬਾਰੇ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਸੀ ਕਿ ਇੰਨੇ ਜਿਹਦਾ 2 ਸਾਲ 3 ਸਾਲ ਦੀ ਸਜ਼ਾ ਹੋਈ ਆ, ਨਹੀਂ ਅਪਰਾਧਿਕ ਪਿਛੋਕੜ ਵਾਲੇ, ਤੇ ਉਹ ਲਾ ਲੈ ਆਏ ਸੀ ਤੇ ਇਹਨਾਂ ਨੇ ਚੱਕ ਕੇ ਪਾੜਤਾ ਸੀ ਰਾਹੁਲ ਗਾਂਧੀ ਨੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਹੋ ਕੇ। ਇਹਦਾ ਕੀ ਹੈ ਜੀ? ਤੇ ਪ੍ਰਾਈਮ ਮਿਨਿਸਟਰ ਉਦੋਂ ਵਿਦੇਸ਼ ਦੌਰੇ ਤੇ ਗਏ ਹੋਏ ਸੀਗੇ ਉਸ ਸਮੇਂ। ਜਦੋਂ ਤੁਸੀਂ ਆਪਣੇ ਜਿਹੜਾ ਮੇਨ ਸੀਟ ਤੇ ਬੈਠਾ ਕੋਈ ਵਿਅਕਤੀ ਹੈ, ਉਹਦੀ ਇਸ ਢੰਗ ਨਾਲ ਇਨਸਲਟ ਕਰੋਗੇ, ਬੇਇੱਜ਼ਤੀ ਕਰੋਗੇ, ਤਾਂ ਕ੍ਰੈਡੀਬਿਲਿਟੀ ਉਸ ਪਾਸੇ ਵੱਲ ਜਾਂਦੀ ਹੈ। ਦੂਜੀ ਗੱਲ ਇਹ ਸੀ ਕਿ ਕਰਪਸ਼ਨ ਲਾਸਟ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਵਧੀ ਜਿਹਦੇ ਕਰਕੇ ਡੈਮੇਜ ਹੋਇਆ। ਹਾਂ, ਉਹਨੂੰ ਇਹਨਾਂ ਨੇ ਪੂਰੀ ਤਰ੍ਹਾਂ ਕੈਸ਼ ਕੀਤਾ, ਬੀਜੇਪੀ ਨੇ, ਮੋਦੀ ਨੇ, ਬਾਕੀ ਤੇ ਨਾਲ ਕਾਰਪੋਰੇਟ ਵੀ ਜੁੜਿਆ ਉਸ ਸਮੇਂ। ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਕੋਈ ਇਸ ਲੈਵਲ ਦਾ ਬੰਦਾ ਚਾਹੀਦਾ। ਕੋਲਗੇਟ ਘੁਟਾਲਾ ਹੋ ਗਿਆ, 3G ਸਪੈਕਟਰਮ, ਹਾਂ, ਜਿੰਨੇ ਵੀ ਘੁਟਾਲੇ ਸਾਡੇ ਸਾਹਮਣੇ ਆਏ, ਜਿਹੜੇ ਉਹਨਾਂ ਦਾ ਜਵਾਬ ਨਹੀਂ ਪ੍ਰੋਪਰ, ਹਾਲਾਂਕਿ ਉਹਦੇ ਚੋਂ ਕਈ ਘੁਟਾਲਿਆਂ ਦੇ ਵਿੱਚ ਤਾਂ ਕੁਝ ਨਹੀਂ ਨਿਕਲਿਆ ਬਾਅਦ ਚ, ਜਿਵੇਂ ਜਿਵੇਂ ਕਰਦੇ ਰਹੇ ਪ੍ਰੈਕਟਿਸ ਦੇ ਵਿੱਚ, ਪਰ ਇੱਕ ਮਾਹੌਲ ਹੁੰਦਾ ਜਦੋਂ ਬਣ ਗਿਆ ਤੇ ਇਹ ਸਰਕਾਰ ਆ ਗਈ। ਤੇ ਇਹਦੇ ਵਿੱਚ ਇਹ ਹੋਇਆ ਕਿ ਸਟਰੋਂਗ ਪ੍ਰਾਈਮ ਮਿਨਿਸਟਰ ਹੈ, ਪਰ ਨਾਲ ਇਹ ਹੋਇਆ ਪ੍ਰਾਈਮ ਮਿਨਿਸਟਰ 92 ਟ੍ਰੈਫਿਕ ਹੈ, ਉਹ ਬੋਲਦਾ ਹੀ ਹੈ, ਸੁਣਦਾ ਕਿਸੇ ਦੀ ਨਹੀਂ ਜੀ। ਲਗਾਤਾਰ ਜਿੰਨੇ ਵਾਰ ਵੀ ਉਹਨੇ ਭਾਸ਼ਣ ਕੀਤਾ, ਇੱਕ ਨਾਲ ਦੀ ਨਾਲ ਇਹ ਹੋ ਗਿਆ ਕਿ ਇੰਟਰਨੈਸ਼ਨਲ ਪ੍ਰਧਾਨ ਮੰਤਰੀ ਵੀ ਹੈ। ਪਹਿਲੇ 5 ਸਾਲ ਤਾਂ ਉਹ ਵਿਦੇਸ਼ਾਂ 'ਚ ਜ਼ਿਆਦਾ ਉਹਨੇ ਮੀਟਿੰਗਾਂ ਕੀਤੀਆਂ, ਰੈਲੀਆਂ ਕੀਤੀਆਂ, ਘੁੰਮਿਆ ਜਿੰਨੇ ਪੂਰੇ ਦੁਨੀਆ ਦੇ ਦੇਸ਼, ਤੇ ਇੱਥੇ ਘੱਟ ਸੀ। ਔਰ ਬਹੁਤ ਵਾਰ ਇਹ ਲੱਗਣ ਲੱਗ ਗਿਆ ਸੀ ਕਿ ਮੋਦੀ ਸਾਹਿਬ ਇੱਥੇ ਕਦੋਂ ਆਉਣਗੇ, ਮਤਲਬ ਸਾਡੇ ਕਦੋਂ ਗੱਲ ਕਰਨਗੇ, ਪਾਰਲੀਮੈਂਟ 'ਚ ਕਦੋਂ ਬੋਲਣਗੇ, ਜਾਂ ਬਾਕੀ ਕੀ ਹੈ। ਪ੍ਰੈਸ ਕਾਨਫਰੰਸ ਕੋਈ ਨਹੀਂ ਕੀਤੀ, 5 ਸਾਲ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਵੀ ਬਹੁਤ ਚਲਮੀ ਜੀ ਪ੍ਰੈਸ। ਮਨ ਕੀ ਬਾਤ ਪਰ ਬਹੁਤ ਕੀਤੀ। ਹਾਂ, ਮਨ ਕੀ ਬਾਤ ਤਾਂ 77 ਹੋ ਗਈ ਤੋਂ ਜ਼ਿਆਦਾ, ਮਤਲਬ ਲਗਾਤਾਰ ਕਰਦੇ ਆ ਰਹੇ ਨੇ ਜਿਹੜੇ ਮਹੀਨਿਆਂ ਤੋਂ ਉਸ ਲੈਵਲ ਤੇ। ਹਾਂ, ਕੱਲ ਜਿਹੜਾ ਜਦੋਂ 7 ਸਾਲ ਪੂਰੇ ਹੋਏ ਨੇ, ਆਖਰੀ 7 ਸਾਲਾਂ ਦੀ ਇੱਕ ਸਾਤਾ ਹੋਰ ਜੁੜ ਗਿਆ। ਪਰ ਨਾਲ ਦੀ ਨਾਲ ਤੁਸੀਂ ਦੇਖੋਗੇ ਚੀਫ ਮਿਨਿਸਟਰ ਇਹ ਕਹਿ ਰਹੇ ਨੇ, ਪਹਿਲਾਂ ਝਾਰਖੰਡ ਵਾਲੇ ਚੀਫ ਮਿਨਿਸਟਰ ਨੇ ਕਿਹਾ, ਫਿਰ ਪੱਛਮੀ ਬੰਗਾਲ ਦੀ ਚੀਫ ਮਿਨਿਸਟਰ ਨੇ ਕਿਹਾ ਕਿ ਆ ਜਿਹੜਾ ਕਰੋਨਾ ਦੇ ਦੌਰ ਦੇ ਵਿੱਚ ਵੀ ਨਰਿੰਦਰ ਮੋਦੀ ਨੇ ਜਦੋਂ ਗੱਲ ਕੀਤੀ ਹੈ ਚੀਫ ਮਿਨਿਸਟਰਾਂ ਨਾਲ, ਆਪਣੀ ਕਹਿ ਕੇ ਫੋਨ ਕੱਟਤਾ, ਸਾਡੀ ਤਾਂ ਸੁਣਦਾ ਹੀ ਨਹੀਂ, ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਜਿਹਦੇ ਕਰਕੇ ਇਹ ਹੈ। ਜੇ ਕੇਜਰੀਵਾਲ ਉਹਨਾਂ ਨੇ ਥੋੜੀ ਜਿਹੀ ਆਪਣਾ ਆਈਏਐਸ ਵਾਲੀ, ਸਾਬਕਾ ਆਈਏਐਸ ਵਾਲੀ ਥੋੜੀ ਜਿਹੀ ਚੁਸਤੀ ਵਰਤ ਕੇ ਇਹਨਾਂ ਤੋਂ ਆਕਸੀਜਨ ਵਾਲੀ ਜਿਹੜੀ ਹਵਾ 'ਚ ਕਰਨ ਵਾਲੀ ਗੱਲ ਸੀਗੀ ਉਹ ਕਰਾਈ, ਤਾਂ ਉਹ ਵੀ ਚੁਸਤੀ ਸੀਗੀ ਇੱਕ ਬਿਊਰੋਕਰੇਟ ਦੀ। ਅਦਰਵਾਈਜ਼ ਵੀ ਚੁਸਤੀ ਉਨੀ ਕਿ ਸੀ ਵੀ ਚਲੋ ਦਿਖਾਇਆ ਜਾਏ, ਜਿੰਨਾ ਕੋ ਉਦੋਂ ਸੁਣੀ ਗਈ ਸੀ। ਇੱਕ ਵਾਰ ਵੀ ਚੀਫ ਮਿਨਿਸਟਰਾਂ ਦਾ ਮਾੜਾ ਜਿਹਾ ਕੀ ਕਹਿੰਦੇ ਨੇ, ਉਹਨਾਂ ਨੇ ਆਪਣੀ ਡਿਮਾਂਡ ਜਿਹੜੀ ਹੈ ਉਹ ਔਨ 에ਅਰ ਪਾਤੀ, ਡਿਮਾਂਡ ਕੇ ਲੋਕ ਦੇਖ ਲੈਣ, ਪਰ ਉਹਨਾਂ ਨੇ ਕਿਹਾ ਕਿ ਇਹ ਗਲਤ ਕੀਤਾ ਤੁਸੀਂ। ਉਹ ਤਾਂ ਫਿਰ ਉਹ ਸਮਾਰਟ ਸੀ ਨਾ, ਉਹ ਮਾਫੀ ਮੰਗੇ, ਪਰ ਆਪਣਾ ਕੰਮ ਕਰ ਗਏ ਜੀ। ਤੇ ਇਹਦੇ ਨਾਲ ਦੀ ਨਾਲ ਜਿਹੜਾ ਸਵਾਲ ਸੀ ਅਸਲ 'ਚ ਬੀਜੇਪੀ ਕਿਉਂ ਉਸ ਪੱਧਰ ਤੇ ਆਈ, ਐਕਚੁਅਲੀ ਤਾਂ ਬੀਜੇਪੀ ਦਾ ਉਭਾਰ ਬਾਬਰੀ ਮਸਜਿਦ ਤੋਂ ਹੀ ਸ਼ੁਰੂ ਸੀ ਜੀ। ਜਿਸ ਤਰੀਕੇ ਨਾਲ ਜਿਹੜੀ ਪਾਰਟੀ 2 ਬੰਦਿਆਂ ਦੀ ਪਾਰਟੀ ਸੀ, ਤੇ ਬਾਬਰੀ ਮਸਜਿਦ ਨਾਲ ਉਹ 100 ਦਾ ਅੰਕੜਾ ਕ੍ਰਾਸ ਕਰਦੀ ਹੈ, 100 ਦੇ ਨੇੜੇ ਜਾਂਦੀ ਹੈ। ਉਦੋਂ ਬਾਅਦ ਫਿਰ ਲਗਾਤਾਰ 2 ਇਹਦੇ ਫੰਡੇ ਰਹੇ, ਜਿਹੜੇ ਪਹਿਲੇ 5 ਸਾਲ ਸੀ ਮੈਨੂੰ ਲੱਗਦਾ ਮੋਦੀ ਸਰਕਾਰ ਦੇ। ਕੁਝ ਯੋਜਨਾਵਾਂ ਵੀ ਲਿਖੀਆਂ, ਹਰ ਚੌਥੇ 5ਵੇਂ ਦਿਨ ਇੱਕ ਯੋਜਨਾ ਲਿਖਦੇ ਰਹੇ। ਕਦੇ ਜਨ ਧਨ ਯੋਜਨਾ ਕਰਤੀ, ਕਦੇ ਗੈਸ ਸਿਲੰਡਰ ਦੀ ਯੋਜਨਾ ਕਰਤੀ, ਕਦੇ ਸਟਾਰਟਅਪ ਦੀ ਯੋਜਨਾ ਕਰਤੀ, ਵੱਖ-ਵੱਖ ਯੋਜਨਾਵਾਂ ਸੀ। ਤੇ ਉਹ ਯੋਜਨਾਵਾਂ ਦਾ ਕੋਈ ਬਹੁਤ ਜ਼ਿਆਦਾ ਫਰੂਟਫੁਲ ਅਸਰ ਨਾ ਦੇਖਣ ਤੋਂ ਬਾਅਦ ਉਦੋਂ ਬਾਅਦ ਉਹ ਯੋਜਨਾਵਾਂ ਬੰਦ ਹੋ ਗਈਆਂ ਅਗਲੇ ਵਾਰੀ ਜਿਹੜੀਆਂ ਸੀ। ਪਰ 2 ਗੱਲਾਂ ਕੀਤੀਆਂ। ਇੱਕ ਤਾਂ ਪਹਿਲੇ 5 ਸਾਲਾਂ ਦੌਰਾਨ ਵੀ ਉਹਨਾਂ ਨੇ ਹਿੰਦੂਤਵ ਦਾ ਜਿਹੜਾ ਇੱਕ ਤਰੀਕਾਕਾਰ ਸੀ ਉਹਨੂੰ ਪੂਰਾ ਜੱਜ ਕੇ ਉਭਾਰਿਆ ਜੀ। ਉਹਦੇ 'ਚੋਂ ਹਜੂਮੀ ਹਿੰਸਾ ਪੈਦਾ ਹੋਈ, ਚਾਹੇ ਉਹ ਗਊ ਮਾਸ ਖਾਣ ਦਾ ਸਵਾਲ ਸੀ, ਚਾਹੇ ਪਹਿਰਾਵੇ ਦਾ ਸਵਾਲ ਸੀ, ਲਵ ਜਿਹਾਦ ਦਾ ਸਵਾਲ ਸੀ। ਜਿੰਨੇ ਵੀ ਮਾਮਲੇ ਦੇਸ਼ ਦੇ ਵਿੱਚ ਆਏ, ਖਾਸ ਤੌਰ ਤੇ ਇੱਕ ਘੱਟ ਗਿਣਤੀ ਜਿਹੜੀ ਸੀ, ਮੁਸਲਿਮ ਘੱਟ ਗਿਣਤੀ, ਉਹ ਟਾਰਗੇਟ ਰਹੀ ਉਸ ਪੂਰੇ ਮਾਮਲੇ ਦੇ ਵਿੱਚ। ਦੂਸਰੀ ਗੱਲ, ਉਹਨਾਂ ਨੇ ਆਪਣੇ ਜੋ RSS ਦਾ ਪੁਰਾਣਾ ਸਲੋਗਨ ਸੀ ਉਹਦੇ ਤੇ ਕਿ ਜਿਹੜੇ ਕਮਿਊਨਿਸਟ ਜਾਂ ਖੱਬੇ ਪੱਖੀ ਨੇ, ਵੱਖਰੇ ਵਿਚਾਰਾਂ ਵਾਲੇ ਬੰਦੇ ਨੇ, ਜਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਅਰਬਨ ਨਕਸਲੀ ਜਾਂ ਵੱਖ-ਵੱਖ ਟਾਈਪ ਦੇ ਦੇਸ਼ ਧਰੋਹੀ ਕਿਹਾ ਗਿਆ, ਉਹਦੇ 'ਚੋਂ ਕਿੰਨੇ ਹੀ ਬੰਦਿਆਂ ਨੂੰ ਪਲਾਨਿੰਗ ਦੇ ਤਹਿਤ
ਭੀਮਾ ਕਾਰੰਗਾ ਦਾ ਜਿਹੜਾ ਮਾਮਲਾ ਸਭ ਦੇ ਸਾਹਮਣੇ ਬੜਾ ਹੈ ਜੀ। ਤੇ 16 ਉਹ ਬੰਦੇ ਨੇ ਜਿਹੜੇ ਦੇਸ਼ ਦੇ ਮੰਨੇ ਪਰਮੰਨੇ ਇੰਟੈਲੈਕਚੁਅਲ ਤੇ ਕੋਈ ਵਕੀਲ ਹੈ, ਕੋਈ ਪ੍ਰੋਫੈਸਰ ਹੈ, ਕੋਈ ਸਮਾਜਿਕ ਕਾਰਕੁਨ, ਪੱਤਰਕਾਰ ਹੈ, ਲੇਖਕ ਹੈ, ਅਲੱਗ-ਅਲੱਗ ਟਾਈਪ ਦੇ ਲੋਕ, ਉਹ ਚੱਕ ਕੇ ਤੁਸੀਂ ਉਹਦੇ ਅੰਦਰ ਬੰਦ ਕੀਤੇ ਹੋਏ ਨੇ। ਜਿਹੜੀ ਮਾੜੀ ਮੋਟੀ ਸਕੋਪ ਸੀਗਾ ਉਹ ਫਿਰ ਆ ਕੇ ਅਗਲੇ 2 ਸਾਲਾਂ 'ਚ ਉਹਨਾਂ ਨੇ ਸਟਾਰਟ ਕੀਤਾ ਵੀ ਨਹੀਂ ਇਹ ਤੋਂ ਛੁੱਟ ਜਾਂਦੇ ਨੇ ਬੰਦੇ। NIA ਅਮੈਂਡ ਕੀਤਾ ਜੀ, UAPA ਅਮੈਂਡ ਕੀਤਾ ਜੀ, ਜਿਹਦੇ 'ਚ ਹੁਣ ਤੁਹਾਡੀ ਜ਼ਮਾਨਤ ਜੱਜ ਚਾਹਣ ਤੇ ਵੀ ਜ਼ਮਾਨਤ ਨਹੀਂ ਲੈ ਸਕਦਾ ਕਿਉਂਕਿ ਤੁਸੀਂ ਉਹਦੇ ਪ੍ਰੀਵਿਊ 'ਚੋਂ ਕੱਢਤੀ ਕਿ ਇਹਦੇ 'ਚ ਤੁਸੀਂ ਜ਼ਮਾਨਤ ਨਹੀਂ ਕਰ ਸਕਦੇ ਉਸ ਪੱਧਰ ਦੇ ਉੱਤੇ। ਉਹ ਜਿਹੜਾ ਇੱਕ ਮਾਹੌਲ ਸੀ ਉਹਦੇ ਨਾਲ ਇੱਕ ਟੈਰਰ ਫੈਲਾਉਣ ਦਾ ਇੱਕ ਸਿਸਟਮ ਜਿਹੜਾ ਲਗਾਤਾਰ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਨੇ ਆਪਣਾ ਰੁਖ ਕਾਇਮ ਰੱਖਿਆ। ਮੈਂ ਨਾ ਮਾਨੂ ਵਾਲੀ ਗੱਲ, ਨੋਟਬੰਦੀ ਸਭ ਤੋਂ ਪਹਿਲਾਂ ਸੀ। 8 ਵਜੇ ਪ੍ਰਧਾਨ ਮੰਤਰੀ ਆਉਂਦੇ ਨੇ ਟੀਵੀ ਤੇ ਜੀ ਕਿ ਇੱਕ ਵੱਡੀ ਗੱਲ ਕਰਨੀ ਹੈ ਤੇ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਹਾਡੀ ਜੇਬਾਂ 'ਚ ਤੁਹਾਡੇ ਖਜ਼ਾਨਿਆਂ 'ਚ ਜੋ ਵੀ ਰੱਖਿਆ ਹੋਇਆ ਸਾਰਾ ਰੱਦੀ ਹੈ ਤੇ ਕੱਲ ਤੋਂ ਇਹ ਨਹੀਂ ਚੱਲਣਗੇ ਜਾਂ ਇਹ ਬਟਵਾ ਲਓ ਤੇ ਉਸ ਤਰੀਕੇ ਨਾਲ ਚੱਲਣਗੇ। ਤੇ ਉਦੋਂ ਬਾਅਦ GST ਦਾ ਸਵਾਲ ਸੀ। GST ਦਾ ਵਾਅਦਾ ਇਹ ਕੀਤਾ ਕਿ ਰਾਤ ਨੂੰ 12 ਵਜੇ ਪਾਰਲੀਮੈਂਟ ਲਾਈ ਜਾਂਦੀ ਹੈ ਜੀ। ਦੇਸ਼ ਦੀ ਆਜ਼ਾਦੀ ਵਰਗਾ ਇੱਕ ਜਸ਼ਨ ਕੀਤਾ ਜਾਂਦਾ ਕਿ ਸਭ ਤੋਂ ਬੜਾ ਰੈਵਨਿਊ ਦਾ ਮਤਲਬ ਟੈਕਸ ਰਿਫਾਰਮ ਹੈ ਜੀ। ਉਹਦੇ ਵਿੱਚ ਵੀ ਫਿਰ ਸਾਰੇ ਸੂਬੇ ਰੋ ਰਹੇ ਨੇ। ਜਦੋਂ ਸੂਬਿਆਂ ਨੇ ਕਿਹਾ ਜਿੰਨਾ ਸਾਡਾ ਬਣਦਾ ਉਹ ਦੇ ਦਿਓ, ਉਹ ਕਹਿੰਦੇ ਨਹੀਂ ਕਰਜ਼ਾ ਲੈ ਲਓ, ਜੇ ਲੈਣਾ ਤੁਹਾਡੀ ਗਰੰਟੀ ਪਾ ਦਿੰਦੇ ਆ ਪਰ ਤੁਹਾਨੂੰ ਅਸੀਂ ਉਹ ਹਿੱਸਾ ਨਹੀਂ ਦੇ ਸਕਦੇ ਉਸ ਪੱਧਰ ਤੇ। ਫਿਰ CAA ਆਉਂਦਾ ਜੀ। ਸਾਰਾ ਦੇਸ਼ ਦੇ ਵਿੱਚ ਮੈਜੋਰਿਟੀ ਜਿਹੜੇ ਇੰਟੈਲੈਕਚੁਅਲ ਆ ਤੇ ਦੁਨੀਆ ਦੇ ਜਿਹੜੇ ਅਖਬਾਰ ਨੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਕਨਸਟੀਟਿਊਸ਼ਨ ਦਾ ਉਲੰਘਣ ਕਰ ਰਹੇ ਹੋ, ਸੰਵਿਧਾਨ ਦਾ ਉਲੰਘਣ ਕਰ ਰਹੇ ਹੋ। ਇਹ ਐ ਧਾਰਮਿਕ ਆਧਾਰ ਤੇ ਇੱਕ ਧਰਮ ਦੇ ਬੰਦੇ ਨੂੰ ਨਹੀਂ ਛੱਡਿਆ ਜਾ ਸਕਦਾ, ਬਾਕੀ ਨਹੀਂ ਛੱਡਿਆ ਜਾ ਸਕਦਾ। ਫਿਰ UAPA ਇਹ ਸਾਰਾ ਆਉਂਦਾ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ ਉਹਦੇ 'ਚ ਕਿਰਤ ਕਾਨੂੰਨ, ਨਿਊ ਐਜੂਕੇਸ਼ਨ ਪਾਲਿਸੀ ਤੇ ਇਸ ਕਰੋਨਾ ਦੇ ਦੌਰਾਨ ਜਿਹੜੇ ਰਹੀ ਕਹੀ ਕਸਰ ਸੀ 3 ਖੇਤੀ ਆਰਡੀਨੈਂਸ ਵੀ ਉਹ ਪੂਰੀ ਕਰ ਦਿੱਤੀ ਜੀ। ਇਹਦੇ 'ਚ 2 ਟਾਈਪ ਦੀ ਜਿਹੜੀ ਪਾਲਿਸੀ BJP ਦੀ ਸੀ, ਇੱਕ ਹਿੰਦੂਤਵ ਦੀ ਸਿਆਸਤ ਦੇ ਨਾਲ ਮੈਜੋਰਿਟੀ ਨੂੰ ਆਪਣੇ ਨਾਲ ਚੋਣ ਜਿੱਤਣਾ ਜੀ ਔਰ ਉਹਦੇ 'ਚ ਉਹਨਾਂ ਨੇ ਕਾਮਯਾਬੀ ਵੀ ਬੜੇ ਪੱਧਰ ਤੇ ਹਾਸਲ ਕੀਤੀ। ਅੱਜ BJP 16 ਸਟੇਟਾਂ ਦੇ ਵਿੱਚ ਮਤਲਬ UP ਤੋਂ ਅਸਾਮ ਤੱਕ ਜੀ ਇੱਕ ਰਾਜਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਿੰਨੇ ਭਾਸ਼ਣ ਕੀਤੇ ਨੇ ਉਹਦਾ ਮੈਜੋਰਿਟੀ ਹਰ ਤੀਜੇ ਚੌਥੇ ਦਿਨ ਕਿਸੇ ਨਾ ਕਿਸੇ ਪੋਲੀਟੀਕਲ ਭਾਸ਼ਣ ਹੈ ਪੂਰੇ 7 ਸਾਲਾਂ ਦਾ। ਜੇਕਰ ਤੁਸੀਂ ਅੰਦਾਜ਼ਾ ਲਾਓਗੇ ਉਹਦੀਆਂ ਸਾਰੀਆਂ ਰੈਲੀਆਂ ਨੂੰ ਦੇਖਣ ਦੇ ਲਈ, ਕੋਈ ਦੇਸ਼ 'ਚ ਇਹੋ ਜਿਹਾ ਪ੍ਰਧਾਨ ਮੰਤਰੀ ਨੂੰ ਹੈ ਜਿਹੜੇ ਛੋਟੀਆਂ ਰੈਲੀਆਂ ਤੇ ਇੱਕ ਸਟੇਟ ਦੀ ਚੋਣ ਤੇ ਇੰਨਾ ਟਾਈਮ ਦਿੰਦਾ। ਜਿਵੇਂ ਪੱਛਮੀ ਬੰਗਾਲ 'ਚ 24 ਰੈਲੀਆਂ ਕਰਦਾ ਪ੍ਰਧਾਨ ਮੰਤਰੀ। ਕੋਈ ਪ੍ਰਧਾਨ ਮੰਤਰੀ ਜਾਂਦੇ ਸੀ ਡਿਲੇ ਕਰ ਦਿੱਤਾ ਗਿਆ, ਹਾਂ ਕੋਈ 1 ਰੈਲੀ, ਕੋਈ 2 ਰੈਲੀਆਂ, ਕੋਈ 3 ਰੈਲੀਆਂ ਪ੍ਰਧਾਨ ਮੰਤਰੀ ਆਉਂਦੇ ਸੀ ਤੇ ਕਰਕੇ ਚਲੇ ਜਾਂਦੇ ਸੀ। ਮਤਲਬ ਇਹਨਾਂ ਨੇ ਇੱਕ ਚੋਣ ਜਿੱਤਣ ਵਾਲੀ ਮਸ਼ੀਨ ਤਿਆਰ ਕੀਤੀ BJP ਦੇ ਰੂਪ ਦੇ ਵਿੱਚ ਤੇ ਸਾਰੀਆਂ ਚੀਜ਼ਾਂ ਉਹਨੂੰ ਇਸ ਲੈਵਲ ਤੇ ਲਾਈਆਂ। ਦੂਜੀ ਗੱਲ ਇਹ ਸੀ ਕਿ ਇਹਨਾਂ ਨੇ ਤਾਕਤ ਇੰਨੀ ਸੈਂਟਰਲਾਈਜ਼ ਕੀਤੀ ਜਿਹੜੀ ਮਾੜੀ ਮੋਟੀ ਵੀ ਸੂਬਿਆਂ ਕੋਲ ਸੀ। ਫੈਡਰਲ ਸਟਰਕਚਰ ਨੂੰ ਇਸ ਲੈਵਲ ਤੇ ਸੱਟ ਮਾਰੀ ਕਿ ਜੰਮੂ ਪਹਿਲੀ ਗੱਲ ਤਾਂ ਇੱਕ ਬਹੁਤ ਵੱਡਾ ਰਸਤਾ ਖੋਲਤਾ ਕਿ ਇੱਕ ਸਟੇਟ ਦੀ 370 ਧਾਰਾ ਖਤਮ ਕਰਕੇ ਉਹਨੂੰ ਯੂਨੀਅਨ ਟੈਰੀਟਰੀ 'ਚ ਵੰਡ ਦਿਓ। ਹੁਣ ਤੱਕ ਦਾ ਸਾਡਾ ਰਵਾਇਤ ਵੀ ਤੇ ਸਾਡਾ ਕਨਸਟੀਟਿਊਸ਼ਨ ਵੀ ਇਹ ਕਹਿੰਦਾ ਕਿ ਜੇ ਕਿਸੇ ਸਟੇਟ ਨੂੰ ਦਾ ਕੋਈ ਮਤਲਬ ਵਿੱਚੋਂ ਤੋੜਨਾ ਹੈ, ਦੋਨਾਂ ਨੂੰ ਬਾਈਫਰਕੇਸ਼ਨ ਕਰਨੀ ਹੈ, ਦੋਨਾਂ ਨੂੰ ਜੋੜਨਾ ਹੈ ਜਾਂ ਕੋਈ ਤਬਦੀਲੀ ਕਰਨੀ ਹੈ ਤਾਂ ਉੱਥੋਂ ਦੀ ਵਿਧਾਨ ਸਭਾ ਦਾ ਮਤਾ ਵੀ ਜ਼ਰੂਰੀ ਹੈ ਜੀ। ਜਿੱਥੇ ਕਿਤੇ ਵੀ ਜਾਂਦਾ ਆਂਧਰਾ ਪ੍ਰਦੇਸ਼ ਤੇ ਹਾਂ ਸਾਰਿਆਂ 'ਚ ਇਹੀ ਹੋਇਆ, ਵਿਧਾਨ ਸਭਾ ਦਾ ਮਤਾ ਬੜਾ ਜ਼ਰੂਰੀ ਹੈ ਉਹਦੇ 'ਚ। ਤੇ ਇਹਦਾ ਤਾਂ ਕਿਉਂਕਿ ਸਪੈਸ਼ਲ ਸਟੇਟਸ ਸੀ ਇੱਥੇ ਤਾਂ ਕੋਈ ਲਾਗੂ ਹੀ ਨਹੀਂ ਹੋ ਸਕਦਾ ਉੱਥੋਂ ਦੀ ਵਿਧਾਨ ਸਭਾ ਦੇ ਅਪਰੂਵਲ ਤੋਂ ਬਿਨਾਂ। ਇਹਨਾਂ ਨੇ ਚੱਕ ਕੇ ਡਿਊਟੀ ਬਣਾਤਾ। ਇਹਦਾ ਮਤਲਬ ਕੀ ਹੋ ਗਿਆ? ਹੁਣ ਰਸਤਾ ਸਾਫ਼ ਹੈ ਗਵਰਨਮੈਂਟ ਆਫ ਇੰਡੀਆ ਅੱਗੇ ਤੋਂ, ਜੇ ਇਹਦੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਰਿਟ ਤੇ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਕਿ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ। ਪਹਿਲੀ ਗੱਲ ਤਾਂ ਇੱਥੇ ਕੰਮ ਫਸਦਾ ਹੈ ਨਾ, ਇੱਥੇ ਕੰਮ ਫਸਦਾ। ਜਿਹੜਾ ਪੰਜਾਬ ਪੁਨਰਗਠਨ ਐਕਟ 1966 ਹੈ ਉਹਦੀ ਮਿਸਾਲ ਹੀ ਲੈ ਲਓ ਤਾਂ ਹੀ ਹਰਿਆਣਾ ਤੇ ਚੰਡੀਗੜ੍ਹ ਨਿਕਲੇ ਨੇ ਵਿੱਚੋਂ। ਬਿਲਕੁਲ ਜੀ। ਮੈਂ ਹਮੀਰ ਸਿੰਘ ਜੀ, ਖੈਰ ਬਿਲਕੁਲ ਤੁਸੀਂ ਵਜਨਦਾਰ ਬਿਲਕੁਲ ਤੱਥ ਪੇਸ਼ ਕੀਤੇ ਨੇ ਸਾਰੇ। ਮੈਂ ਇਸ ਗੱਲ ਵੱਲ ਮੇਰਾ ਥੋੜਾ ਜਿਹਾ ਹਾਲੇ ਵੀ ਸਵਾਲ ਦਾ ਨਾ ਕੁਝ ਹਿੱਸਾ ਰਹਿੰਦਾ ਹੈ ਕਿ ਕੀ ਹੁਣ ਦੇਸ਼ ਦੀ ਜਨਤਾ ਹਾਲੇ ਹੁਣ ਸੋਚਣ ਦੇ ਕਾਬਲ ਹੋ ਗਈ ਹੈ ਕਿ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੀਦਾ ਹੁੰਦਾ ਹੈ ਜਾਂ ਨਹੀਂ ਹੋ ਗਈ ਹੈ? ਤੁਹਾਨੂੰ ਟੋ ਲੱਗਦੀ ਹੈ ਕਿ ਕੋਈ ਅਵੇਅਰਨੈਸ ਆਈ ਹੈ ਪਿਛਲੇ 7 ਸਾਲਾਂ ਦੇ ਦੌਰਾਨ? ਮੈਨੂੰ ਲੱਗਦਾ ਕਿ 2 ਕਾਰਨਾਂ ਕਰਕੇ ਤਾਂ ਅਵੇਅਰਨੈਸ ਆਈ ਹੈ, 2 ਵੱਡੇ ਕਾਰਨ ਨੇ ਜਿਹਦੇ ਕਰਕੇ ਹਜੇ ਤੱਕ ਆਈ ਹੈ। ਇਹ ਤੋਂ ਪਹਿਲਾਂ ਠੀਕ ਹੈ ਜਿਹੜਾ ਇੱਕ ਸੈਕਸ਼ਨ ਸੀ ਉਹਦੇ 'ਚ ਤਾਂ ਪਹਿਲਾਂ ਵੀ ਆਈ ਹੈ, ਜਿਵੇਂ CAA ਦਾ ਸੀ 101 ਦਿਨ ਲੰਮਾ ਜਿਹੜਾ ਸ਼ਾਹੀਨ ਬਾਗ ਦਾ ਉਹਦੇ ਖਿਲਾਫ ਇੱਕ ਮੋਰਚਾ ਚੱਲਿਆ, ਪੀਸਫੁਲ ਮੋਰਚਾ ਸੀ, ਔਰਤਾਂ ਦੀ ਅਗਵਾਈ 'ਚ ਸੀ ਖਾਸ ਤੌਰ ਤੇ, ਪਰ ਉਹ ਕੋਰੋਨਾ ਦੇ ਚੱਕਰ 'ਚ ਹਟਾ ਦਿੱਤਾ ਗਿਆ। ਉਹ ਇੱਕ ਅਲੱਗ ਸਵਾਲ ਸੀ। ਪਰ ਉਦੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਕਿਸਾਨ ਅੰਦੋਲਨ ਚੱਲੇ ਆ, 6 ਮਹੀਨੇ ਲੰਮਾ ਕਿਸਾਨ ਅੰਦੋਲਨ ਚੱਲਣਾ, ਇਹ ਇਸ ਕਰਕੇ ਅਸਰ ਪਾ ਗਿਆ ਕਿਉਂਕਿ ਇਹਦੀ ਦੁਨੀਆ ਪੱਧਰ ਤੇ ਸੁਣਵਾਈ ਹੋਈ ਹੈ ਔਰ ਵੱਖ-ਵੱਖ ਦੇਸ਼ਾਂ ਦੀਆਂ ਪਾਰਲੀਮੈਂਟਾਂ 'ਚ ਗੱਲ ਹੋਈ ਹੈ। ਉਹ UK ਹੋਵੇ, ਉਹ USA ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਕੈਨੇਡਾ ਹੋਵੇ, ਵੱਖ-ਵੱਖ ਥਾਂ ਤੇ ਉਹਦੀ ਗੱਲ ਹੋਈ ਹੈ ਕਿ ਹਾਂ ਇਹ ਗੱਲ ਤੁਸੀਂ ਗਲਤ ਕਰ ਰਹੀ ਹੈ ਗਵਰਨਮੈਂਟ ਆਫ ਇੰਡੀਆ, ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਹੀ ਹੈ, ਪੀਸਫੁਲ ਸਟਰਗਲ ਹੈ ਤੇ ਤੁਸੀਂ ਸੁਣਦੇ ਕਿਉਂ ਨਹੀਂ? ਉਹਨੇ ਡੈਮੇਜ
ਕੀਤਾ ਹੈ, ਜੀ। ਮੋਦੀ ਦੇ ਇਮੇਜ ਨੂੰ ਵੀ ਕੀਤਾ, ਭਾਰਤ ਸਰਕਾਰ ਦੀ ਜਿਹੜੀ ਗੱਲ ਸੀ ਉਹਨੂੰ ਵੀ ਕੀਤਾ। ਮਤਲਬ ਸਭ ਤੋਂ ਵੱਧ ਡੈਮੇਜ 7 ਸਾਲਾਂ ਚ ਅਗਰ ਬ੍ਰਾਂਡ ਮੋਦੀ ਨੂੰ ਕੀਤਾ ਹੈ ਤਾਂ ਉਹ ਕਿਸਾਨ ਅੰਦੋਲਨ ਨੇ ਕੀਤਾ। ਉਹਦੇ ਕਾਰਨ ਅਦਰਵਾਈਜ਼ ਨੋਟਬੰਦੀ ਦੀ ਮੁਖਾਲਫਤ ਵੀ ਡੈਂਟ ਨਹੀਂ ਪਾ ਸਕੀ, ਜੀਐਸਟੀ ਦੀ ਮੁਖਾਲਫਤ ਵੀ ਉਹਨਾਂ ਨੇ ਬਿਲਕੁਲ ਨਹੀਂ ਪਾਇਆ, ਸੀਏ ਵੀ ਡੈਂਟ ਇੰਨਾ ਜ਼ਿਆਦਾ ਨਹੀਂ ਪਾ ਸਕਿਆ ਸੀ, ਇੰਨਾ ਨਹੀਂ ਸੀ ਪਾ ਸਕਿਆ। ਪਰ ਥੋੜਾ ਜਿਵੇਂ ਖੋਰਾ ਆਪਾਂ ਕਹਿੰਦੇ ਸ਼ੁਰੂ ਚ ਲੱਗ ਗਿਆ, ਪਰ ਇਹਨੇ ਤਾਂ ਬਹੁਤ ਵੱਡੀ ਸੱਟ ਮਾਰੀ ਹੈ ਜੀ। ਉਹ ਸੱਟ ਇਸ ਕਰਕੇ ਮਾਰੀ ਹੈ ਕਿਉਂਕਿ ਜਿਹੜੇ ਟਰੈਕ ਦੇ, ਜਿਹੜੇ ਮੈਦਾਨ ਦੇ, ਜਿਹੜੀ ਖੇਡ ਦੇ ਮਾਹਰ ਸੀ ਮੋਦੀ ਔਰ ਬੀਜੇਪੀ ਜੀ, ਕਿਸਾਨ ਅੰਦੋਲਨ ਉਹਦਾ ਮੈਦਾਨ ਵੀ ਆਪਣਾ ਸੀ, ਉਹਦਾ ਟਰੈਕ ਵੀ ਆਪਣਾ ਸੀ ਤੇ ਉਹਦੇ ਖੇਡ ਦੇ ਰੂਲ ਵੀ ਆਪਣੇ ਸੀ ਜੀ। ਇਹਨਾਂ ਨੇ ਉਹਨੂੰ ਟਰਾਈ ਕੀਤਾ, ਕਦੇ ਖਾਲਿਸਤਾਨੀ ਕਹਿ ਕੇ, ਕਦੇ ਮਾਓਵਾਦੀ ਕਹਿ ਕੇ, ਕਦੇ ਅਰਬਨ ਨਕਸਲੀ ਕਹਿ ਕੇ, ਕਦੇ ਪਾਕਿਸਤਾਨ ਸਮਰਥਕ ਕਹਿ ਕੇ, ਕਿਉਂਕਿ ਪੰਜਾਬ ਤੋਂ ਗਏ ਬੰਦਿਆਂ 'ਚ ਹਰਿਆਣਾ ਰਲ ਜਾਣਾ, ਯੂਪੀ ਰਲ ਜਾਣਾ, ਤੇ ਉੱਤਰਾਖੰਡ ਰਲ ਜਾਣਾ, ਇਹ ਗੱਲ ਚੱਲੀ ਨਹੀਂ ਕਿਸੇ ਵੀ ਰੂਪ ਦੇ ਵਿੱਚ, ਇਹ ਚੱਲੀ ਨਹੀਂ। ਫਿਰ ਦੋ ਵੱਡੀਆਂ ਰਿਪੋਰਟਾਂ ਆਉਂਦੀਆਂ ਨੇ ਇਸੇ ਦੌਰਾਨ ਜੀ। ਇੱਕ ਰਿਪੋਰਟ ਇਹ ਆਉਂਦੀ ਹੈ ਕਿ ਹਿੰਦੁਸਤਾਨ ਜਿਹੜਾ ਹੁਣ ਉਹ ਅਰਧ ਆਜ਼ਾਦ ਸਟੇਟ ਬਣ ਗਿਆ, ਉਹ ਪੂਰਾ ਮਤਲਬ ਆਜ਼ਾਦ ਸਟੇਟ ਵੀ ਨਹੀਂ ਰਿਹਾ। ਇਹ ਬਹੁਤ ਬੜੀ ਇੱਕ ਡੈਮੇਜਿੰਗ ਗੱਲ ਸੀਗੀ ਸਰਕਾਰ ਦੇ ਲਈ। ਐਸੇ ਟਾਈਮ ਦੇ ਵਿੱਚ ਇੱਕ ਆਫੀਸ਼ੀਅਲ ਰਿਪੋਰਟ ਦੁਨੀਆ ਦੀ ਇੱਕ ਮੰਨੀ ਪਰਮੰਨੀ ਏਜੰਸੀ, ਉਹ ਬੜੀ ਲੋਕਤੰਤਰ ਰਹਿ ਗਿਆ, ਉਹ 1873 ਦੀ ਬਣੀ ਹੋਈ ਬੜੀ ਪੁਰਾਣੀ ਏਜੰਸੀ ਹੈ, ਕ੍ਰੈਡੀਬਲ ਏਜੰਸੀ ਹੈ, ਐ ਨਹੀਂ ਹੈ ਕਿ ਐਵੇਂ ਗੱਲ। ਦੂਜੀ ਰਿਪੋਰਟ ਆਉਂਦੀ ਹੈ ਜਿਹੜਾ ਕਹਿੰਦਾ ਕਿ ਹੁਣ ਇਲੈਕਟੋਰਲ ਤਰੀਕੇ ਦਾ ਵੀ, ਚੁਣਾਵੀ ਰਾਜਨੀਤੀ ਦੇ ਵਿੱਚ ਵੀ ਇਹ ਕੇਵਲ ਕੁਲੀਨ ਵਰਗ ਦੀ ਰਿਪਰੈਜ਼ੈਂਟੇਸ਼ਨ ਕਰਦਾ, ਲੋਕਾਂ ਦੀ ਨਹੀਂ ਹੈ ਜੀ ਜੀ। ਕਿ ਦੱਬੇ ਕੁਚਲੇ ਵਰਗ ਦੀ ਹੈ, ਈਵਨ ਕਿ ਮੱਧ ਵਰਗ ਦੀ ਵੀ ਸੁਣਵਾਈ ਨਹੀਂ ਹੈ, ਉਹਦੀ ਵੀ ਨੁਮਾਇੰਦਗੀ ਕੋਈ ਨਹੀਂ ਹੈ, ਉਹਦੀ ਨੁਮਾਇੰਦਗੀ ਨੇ। ਇਹ ਦੋ ਗੱਲਾਂ ਦੁਨੀਆ ਦੇ ਉਹਦੇ ਚ ਆਈਆਂ ਜਿਹੜੀਆਂ ਸਾਹਮਣੇ ਆਈਆਂ, ਔਰ ਦੁਨੀਆ ਦੇ ਮੀਡੀਆ ਦੇ ਵਿੱਚ ਜਦੋਂ ਵੀ ਆਰਟੀਕਲ ਛਪਦੇ ਨੇ, ਜਦੋਂ ਵੀ ਡਿਬੇਟ ਹੁੰਦੀ ਹੈ, ਤੇ ਉਹਦੇ ਨਾਲ ਜਿਹੜਾ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਸੀ ਕਿ ਹੁਣ ਉਹ ਸਾਰੀ ਦੁਨੀਆ ਬੁਲਾ ਰਹੀ ਹੈ ਜੀ, ਉਦੋਂ ਬਾਅਦ ਸਗੋਂ ਦੁਨੀਆ ਵਾਲੇ ਇੱਥੇ ਆਉਣਾ ਵੀ ਨਾਪਸੰਦ ਕਰਨ ਲੱਗ ਗਏ, ਸਾਰੇ ਕਿਸੇ ਨਾ ਕਿਸੇ ਬਹਾਨੇ ਹਟਣ ਲੱਗ ਗਏ, ਤੇ ਨਾ ਪ੍ਰਧਾਨ ਮੰਤਰੀ ਨੂੰ ਬੁਲਾਉਣ ਦੀ ਜਿਹੜੀ ਗੱਲ ਹੈ ਉਹ ਵੀ ਨਹੀਂ ਹੋਈ। ਇਸ ਲਈ ਦੁਨੀਆ ਪੱਧਰ ਤੇ ਇੱਕ ਡੈਮੇਜ ਹੋਇਆ ਤੇ ਦੇਸ਼ ਪੱਧਰ ਤੇ ਵੀ ਹੋਇਆ। ਦੇਸ਼ ਪੱਧਰ ਤੇ ਹੁਣੇ 4 ਰਾਜਾਂ ਦੀਆਂ ਤੇ ਇੱਕ ਯੂਨੀਅਨ ਟੈਰੀਟਰੀ ਦੀ ਹੋ ਕੇ ਹਟੀ ਜੀ। ਬਿਲਕੁਲ ਬੰਗਾਲ ਤੇ ਤਾਂ ਜਿੰਨਾ ਜ਼ੋਰ ਲਾਇਆ ਇਹਨਾਂ ਨੇ ਸ਼ਾਇਦ ਹੀ ਕਦੇ ਕਿਸੇ 2019 ਚ ਨਹੀਂ ਲੱਗਿਆ ਇਹਨਾਂ ਦਾ, ਆਪਣਾ ਆਮ ਚੋਣਾਂ ਚ ਨਹੀਂ ਲੱਗਿਆ, ਆਮ ਚੋਣਾਂ ਚ ਨਹੀਂ ਲੱਗਿਆ। ਔਰ ਉਹਦੇ ਚ ਤਾਂ ਧੱਕੇ ਨਾਲ ਤੁਸੀਂ ਵਿੱਚ ਹੀ ਸ਼ਾਮਲ ਕਰਤੀ ਸੀਬੀਆਈ, ਵਿੱਚ ਸ਼ਾਮਲ ਕਰਤਾ ਇਲੈਕਸ਼ਨ ਕਮਿਸ਼ਨ, ਵਿੱਚ ਸ਼ਾਮਲ ਕਰਤੀ ਸੁਪਰੀਮ ਕੋਰਟ, ਵਿੱਚ ਤੁਹਾਡੇ ਜਿੰਨੀ ਟੋਟਲ ਮਸ਼ੀਨਰੀ ਹੈ, ਤੁਸੀਂ ਆਪਣੇ ਪੱਧਰ ਤੇ ਡਾਇਰੈਕਟ ਸੀਆਈਐਸਐਫ ਤੇ ਜਿਹੜੀ ਸੀਆਰਪੀ, ਬੀਐਸਐਫ, ਇਹ ਝੋਕਤੀ ਉਹਨਾਂ ਦੀ ਪੁਲਿਸ ਦੀ ਬਜਾਏ ਸਾਰੀਆਂ। ਇਹਦੇ ਬਾਵਜੂਦ ਤੁਸੀਂ ਦੇਖੋ ਕਿ ਪਰਸੈਂਟੇਜ ਆਫ ਵੋਟ ਪਲੱਸ ਜਿਹੜਾ ਬਾਕੀ 'ਚ, ਉੱਥੇ ਕੱਲੀ ਮਮਤਾ ਲੜ ਰਹੀ ਹੈ, ਇੱਕ ਛੋਟੇ ਸਟੇਟ ਦੀ ਪਾਰਟੀ, ਉਹਦੇ ਕੋਲ ਵਸੀਲੇ ਵੀ ਘੱਟ ਹੁੰਦੇ ਨੇ, ਬਾਕੀ ਚੀਜ਼ਾਂ ਨੇ, ਪਰ ਐਡੀ ਵੱਡੀ ਹਾਰ ਸ਼ਾਇਦ ਹਿਸਟਰੀ 'ਚ ਐ ਨਹੀਂ ਹੁੰਦੀ। ਇੰਨਾ ਜ਼ੋਰ ਲਾ ਕੇ ਹਾਰਾਂ ਜਿੱਤਾਂ ਬਣੀਆਂ ਰਹਿੰਦੀਆਂ ਨੇ, ਪਰ ਇੰਨਾ ਜ਼ੋਰ ਲਾ ਕੇ ਤੁਸੀਂ, ਇਸੇ ਕਰਕੇ ਬੀਜੇਪੀ ਨੂੰ ਹਜਮ ਨਹੀਂ ਆ ਰਹੀ। ਹਜਮ ਇਹ ਨਹੀਂ ਆ ਰਹੀ ਕਿ ਹੁਣ ਵੀ ਉਹ ਆਪਦੇ ਐਮਐਲਏਆਂ ਨੂੰ, ਜਿਹੜੇ 77 ਨੇ, ਸੀਆਰਪੀ ਦੀ ਸਿਕਿਉਰਿਟੀ ਦੇ ਰੱਖੀ ਹੈ, 22+ ਦੇ ਰੱਖੀ ਹੈ, ਤੁਸੀਂ ਅਜੇ ਵੀ ਸਟੇਟ ਨੂੰ ਕੰਮ ਨਹੀਂ ਉਸ ਲੈਵਲ ਤੇ ਕਰਨ ਦੇ ਰਹੇ, ਤੁਸੀਂ ਪ੍ਰਵਾਨ ਨਹੀਂ ਕਰ ਰਹੇ ਕਿ ਤੁਸੀਂ ਹਾਰ ਗਏ ਹੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤੇ ਇਦੋਂ ਬਾਅਦ ਯੂਪੀ ਦੇ ਵਿੱਚ ਪੰਚਾਇਤ ਇਲੈਕਸ਼ਨ ਹੋਈ ਹੈ, ਔਰ ਪੰਚਾਇਤ ਇਲੈਕਸ਼ਨ ਯੂਪੀ ਦੀ ਨਾਰਮਲ ਨਹੀਂ ਹੈ ਪੰਜਾਬ ਜਾਂ ਬਾਕੀ ਤਰ੍ਹਾਂ। ਉੱਥੇ 77.73%, ਆਲਮੋਸਟ 78% ਪਾਪੂਲੇਸ਼ਨ ਪਿੰਡੂ ਹੈ, ਬਿਲਕੁਲ ਪਿੰਡ 'ਚ ਰਹਿੰਦੀ ਹੈ। 78% ਪਬਲਿਕ ਦੀ ਪੰਚਾਇਤ, ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ 'ਚ ਵੋਟਾਂ ਨੇ ਜੀ, ਤੇ ਉਹ ਵੋਟਾਂ 'ਚ ਨੰਬਰ 1 ਇੰਡੀਪੈਂਡੈਂਟ ਜਿੱਤਦੇ ਨੇ, ਨੰਬਰ 2 ਸਮਾਜਵਾਦੀ ਪਾਰਟੀ ਜਿੱਤਦੀ ਹੈ, ਤੀਜੇ ਨੰਬਰ ਤੇ ਬੀਜੇਪੀ ਹੈ। ਜਦ ਕਿ ਤੁਹਾਡੀ ਸਰਕਾਰ ਹੈ, ਤੁਹਾਡੀ ਸਰਕਾਰ ਹੈ, ਤੁਹਾਡੀ ਸੈਫਰਨ ਸਰਕਾਰ ਹੈ, ਪਿਓਰਲੀ ਸੈਫਰਨ ਸਰਕਾਰ ਹੈ। ਉਹਦੇ 'ਚ ਕਿਸਾਨ ਅੰਦੋਲਨ ਦਾ ਇਹ ਅਸਰ ਹੈ ਨਾਲ ਜੀ, ਕਿ ਜਿਹੜਾ ਇਹਨਾਂ ਨੇ ਮੁਜ਼ੱਫਰਪੁਰ ਜਾਂ ਬਾਕੀ ਜਗ੍ਹਾ ਦੰਗੇ ਕਰਾਏ ਸੀ, ਮੁਸਲਮ ਤੇ ਹਿੰਦੂ, ਇਹ ਕਿਸਾਨ ਅੰਦੋਲਨ 'ਚੋਂ ਮੁਸਲਮ ਕਿਸਾਨ ਔਰ ਹਿੰਦੂ ਕਿਸਾਨ ਇਕੱਠਾ ਜੁੜਿਆ ਦਿਖਾਈ ਦਿੰਦਾ ਜੀ। ਉਹ ਜਿਹੜੀ ਚੀਜ਼ ਹੈ ਔਰ ਇੱਕ ਲੈਵਲ ਤੇ ਦਿਖਾਈ ਦਿੰਦੀ ਹੈ। ਔਰ ਜਿੱਥੇ ਵੀ ਕਿਤੇ ਯੂਪੀ 'ਚ ਇਹਨਾਂ ਦਾ ਜਿਹੜਾ ਮੰਤਰੀ ਆ ਬਲਿਆਨ ਸਭ ਤੋਂ ਬੜੀ ਖਾਪ ਹੈ ਜੀ, ਬਿਲਕੁਲ, ਤੇ ਜਿਹਦੇ 'ਚ ਇਹ ਰਕੇਸ਼ ਟਕੈਤ ਹੋਣੀ ਵੀ ਉਸੇ ਖਾਪ ਦੇ ਮੈਂਬਰ ਨੇ ਜੀ ਜੀ ਜੀ, ਜਿੱਥੋਂ ਕਹਿੰਦੇ ਸਾਡਾ ਬੰਦਾ ਹੈ। ਬਾਲਿਆਨ ਦੀ ਵੀ ਹਿੰਮਤ ਨਹੀਂ ਪੈ ਰਹੀ ਉਹ ਕਿਸੇ ਪਿੰਡ 'ਚ ਚਲਾ ਜਾਏ, ਜਾ ਕੇ ਉੱਥੇ ਗੱਲ ਕਰੇ ਤੇ ਇਸ ਲੈਵਲ ਦੀ ਗੱਲ ਕਰੇ। ਡੈਮੇਜ ਤਾਂ ਕੰਟਰੀ 'ਚ ਵੀ ਦਿਖਾਈ ਦੇ ਰਿਹਾ, ਤੁਹਾਡੇ ਸਾਹਮਣੇ, ਕੋਈ ਮੰਨੇ ਨਾ ਮੰਨੇ, ਅੰਦਰ ਵੀ ਦਿਖਾਈ ਦੇ ਰਿਹਾ ਤੇ ਬਾਹਰ ਵੀ ਦਿਖਾਈ ਦੇ ਰਿਹਾ ਉਸੇ ਪੱਧਰ ਦੇ ਉੱਤੇ। ਇਸ ਕਰਕੇ ਕ੍ਰੈਡੀਬਿਲਿਟੀ ਲਗਾਤਾਰ ਲੂਜਾ। ਤੇ ਹੁਣ ਕੋਰੋਨਾ 'ਚ ਤਾਂ ਬਿਲਕੁਲ ਹੀ ਜਿਹੜੇ ਬਹੁਤ ਭਗਤ ਸੀ ਉਹਨਾਂ 'ਚੋਂ ਵੀ ਅੱਧੇ ਗਿਰ ਗਏ ਜੀ, ਕਿਉਂਕਿ ਹਰ ਦੂਜੇ ਤੀਜੇ ਘਰ ਨੂੰ ਪ੍ਰਭਾਵਿਤ ਕੀਤਾ ਹੈ। ਗੰਗਾ 'ਚ ਲਾਸ਼ਾਂ ਤੈਰਦੀਆਂ ਜਾ ਰਹੀਆਂ ਨੇ, ਤੁਹਾਡੇ ਕੋਲ ਕੋਈ ਜਵਾਬ ਨਹੀਂ। ਔਰ ਇਹ ਗੱਲ ਫੈਕਟ ਵੀ ਹੈ, ਜਿਹੜਾ ਨਿਊਯਾਰਕ ਟਾਈਮ 'ਚ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਛਪ ਗਿਆ, ਗੁਜਰਾਤ ਦੇ ਅਖਬਾਰ ਉਹਦਾ ਮੇਨ ਆਧਾਰ ਨੇ ਜੀ, ਸੰਦੇਸ਼ ਤੋਂ ਲੈ ਕੇ ਤੇ ਜਾਂ ਜਿਹੜਾ ਦਿਵਯ ਭਾਸਕਰ ਵਗੈਰਾ ਜਿਹੜੇ ਵੀ ਇਹਨਾਂ ਦੇ ਉਸ ਲੈਵਲ ਦੇ ਗੁਜਰਾਤੀ ਦੇ ਅਖਬਾਰ ਨੇ, ਤੇ ਉੱਥੇ ਉਹਨਾਂ ਨੇ ਇਹ ਕਿਹਾ ਕਿ ਲਗਭਗ ਦੇਸ਼ ਦੇ ਵਿੱਚ 42 ਲੱਖ ਮੌਤਾਂ ਦਾ ਇੱਕ ਟਾਰਗੇਟ ਹੋ ਗਿਆ। ਤੁਸੀਂ ਛੁਪਾਈਆਂ ਨੇ ਲਾਸ਼ਾਂ, ਫਿਗਰ ਛਪਾਈ ਹੈ ਤੇ ਬਾਕੀ ਦੀਆਂ ਤੁਸੀਂ ਇਹ ਨਹੀਂ ਕੀਤੀਆਂ।
ਹੁਣ ਇਹ ਕਹਿ ਦਿੰਦੇ ਨੇ ਜੀ ਇਹ ਤਾਂ ਵਿਦੇਸ਼ੀ ਸਾਜ਼ਿਸ਼ ਹੈ। ਜਦ ਤੁਹਾਡੇ ਨਾਂ ਤੇ ਮਾਰਦਾ, ਜਦੋਂ ਤਾਂ ਟਾਈਮ ਮੈਗਜ਼ੀਨ ਮੋਦੀ ਨੂੰ ਸਟਰੋਂਗੈਸਟ ਪ੍ਰਧਾਨ ਮੰਤਰੀ ਦੇ ਤੌਰ ਤੇ ਟਾਈਟਲ ਤੇ ਛਾਪਦਾ ਹੈ, ਉਦੋਂ ਕਹਿੰਦੇ ਨੇ ਕਮਾਲ ਹੈ ਜੀ, ਦੁਨੀਆ ਲੋਹਾ ਮੰਨਣ ਲੱਗੀ, ਸਾਡਾ ਬੜਾ ਵੱਡਾ ਮੰਨ। ਜਦ ਉੱਥੇ ਹੀ ਕਿਸਾਨ ਬੀਬੀਆਂ ਦੀ ਫੋਟੋ ਆ ਜਾਂਦੀ ਹੈ ਉਸੇ ਟਾਈਟਲ ਤੇ, ਫਿਰ ਤੁਹਾਨੂੰ ਲੱਗਦਾ ਕਿ ਉਹ ਸਾਡੇ ਖਿਲਾਫ ਸਾਜ਼ਿਸ਼ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ 'ਚ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਦਿਖਾਈ ਦੇ ਰਹੀਆਂ ਨੇ, ਇਹ ਦਿਖਾਈ ਦੇ ਰਹੀਆਂ ਨੇ ਕਿ ਡੈਮੇਜ ਤਾਂ ਹੋ ਰਿਹਾ ਬੀਜੇਪੀ ਦੇ ਅੰਦਰੋਂ ਵੀ। ਤੁਸੀਂ ਕਿਸਾਨ ਅੰਦੋਲਨ ਦੇ ਮਾਮਲੇ 'ਚ ਦੇਖੋ ਕਿ ਜਿਹੜਾ ਉਹ ਮਲਕ ਗਵਰਨਰ ਹੈ ਤੇ ਸਤਪਾਲ ਮਲਕ ਨੇ ਕਿਹਾ ਬਾਰ-ਬਾਰ ਵੀ ਤੁਸੀਂ ਐਵੇਂ ਨਾ ਕਰੋ। ਹਾਲਾਂਕਿ ਉਹਨਾਂ ਨੇ ਸਿੱਖੀ ਦਾ ਹਵਾਲਾ ਦੇ ਕੇ ਵੀ ਕਿਹਾ ਵੀ ਇਹ 300 ਸਾਲ ਭੁੱਲਦੇ ਨਹੀਂ ਹੈ ਤੇ ਮੁਗਲ ਹੋਣ, ਡਵਾਇਰ ਹੋਏ ਜਾਂ ਫਲਾਨਾ, ਤੁਸੀਂ ਇੰਨਾ ਤੰਗ ਨਾ ਕਰੋ ਤੇ ਤੁਸੀਂ ਇਹਨਾਂ ਨੂੰ ਭੇਜੋ। ਐਵੇਂ ਨਹੀਂ ਨਾ ਜਿਹੜੀ ਨਵੀਂ ਤਾਜ਼ਾ ਲੋਕ ਬੋਲੀ ਬਣੀ ਹੈ ਕਿ ਪੁੱਠਾ ਪੰਗਾ ਲੈ ਲਿਆ ਮੋਦੀ ਆ। ਮੈਂ ਇੱਕ ਸਵਾਲ ਵੱਲ ਜਾਣਾ ਚਾਹਾਂਗਾ ਕਿ ਆਪਾਂ ਕਹਿ ਰਹੇ ਹਾਂ ਕਿ ਬ੍ਰਾਂਡ ਮੋਦੀ ਜਿਹੜਾ ਹੈਗਾ ਉਹ 7 ਸਾਲਾਂ ਦੇ ਵਿੱਚ ਉਤਰਾਅ ਤੇ ਚੜ੍ਹਾਅ ਤੇ ਜਾ ਕੇ ਉਤਰਾਅ ਤੇ ਆ ਗਿਆ, ਤੇ ਐਸੀ ਥਾਂ ਤੇ ਆ ਗਿਆ ਜਿੰਨਾ ਸ਼ਾਇਦ ਕਦੇ ਵੀ ਇੰਡੀਆ ਦੇ ਵਿੱਚ ਕਿਸੇ ਲੀਡਰ ਦਾ ਜਿਹੜਾ ਬ੍ਰਾਂਡ ਜਿਹੜਾ ਇੰਨਾ ਖੋਰਾ ਨਹੀਂ ਲੱਗਿਆ। ਪਰ ਹੁਣ 2024 ਦੀ ਆਪਾਂ ਗੱਲ ਕਰਕੇ ਚੱਲਦੇ ਹਾਂ, ਜੇਕਰ 3 ਸਾਲ ਰਹਿ ਗਏ ਨੇ, ਕਾਂਗਰਸ ਦਾ ਆਪਾਂ ਨੂੰ ਪਤਾ ਕੀ ਹੈ, ਗਾਂਧੀ ਪਰਿਵਾਰ ਪਾਸੇ ਹੋਣ ਨੂੰ ਤਿਆਰ ਨਹੀਂ। ਪਾਸੇ ਵੀ ਹੋ ਜਾਂਦਾ ਤਾਂ ਅਗਲੀ ਲੀਡਰਸ਼ਿਪ ਦੂਰ ਦੂਰ ਤੱਕ ਉਹਨਾਂ ਨੇ ਪੈਦਾ ਹੀ ਨਹੀਂ ਹੋਣ ਦਿੱਤੀ 20-30 ਸਾਲ। ਹੁਣ ਅੱਗੇ ਅਗਰ ਸੂਰਜੇਵਾਲਾ ਲੈਵਲ ਤੇ ਜਾਂ ਉਸ ਲੈਵਲ ਦੇ ਅੱਗੇ ਲੀਡਰਸ਼ਿਪ ਹੈ ਤਾਂ ਉਹ ਹਾਲੇ ਉਸ ਉਨੀ ਮੈਚਿਓਰ ਜਾਂ ਪ੍ਰਪੱਕ ਨਹੀਂ ਮੰਨ ਸਕਦੇ, ਤਾਂ ਕੌਣ ਉਸ ਨੂੰ ਟੱਕਰਾ ਦੇਗਾ? ਕੀ ਫੈਡਰਲ ਜਿਹੜੀਆਂ ਪਾਰਟੀਆਂ ਨੇ ਮਮਤਾ ਨੂੰ ਅੱਗੇ ਲਾ ਕੇ ਜਾਂ ਹੋਰ ਕਿਸੇ ਇਸ ਤਰ੍ਹਾਂ ਦੇ ਫੈਡਰਲ ਲੀਡਰ ਨੂੰ ਅੱਗੇ ਲਾ ਕੇ, ਹੁਣ ਉਹ ਇੱਕ ਸਮਾਂ ਆ ਗਿਆ ਕਿ ਕਿਉਂਕਿ ਬਹੁਤ ਘੱਟ ਸਮਾਂ ਰਹਿ ਗਿਆ 3 ਸਾਲ, ਜੇ ਆਪਾਂ ਗੱਲ ਕਰੀਏ 2.5 ਸਾਲ ਜਿੰਨਾ ਵੀ ਸਮਾਂ ਰਹਿ ਗਿਆ ਦੇਸ਼ ਦੀਆਂ ਅਗਲੀਆਂ ਆਮ ਚੋਣਾਂ ਵਾਸਤੇ, ਤਾਂ ਇਸ ਚੀਜ਼ ਦਾ ਲਾਹਾ ਲੈਣਾ ਕਿ ਬ੍ਰਾਂਡ ਮੋਦੀ ਨੂੰ ਖੋਰਾ ਲੱਗ ਗਿਆ ਤੇ ਹੁਣ ਉਹਦਾ ਲਾਹਾ ਲੈਣ ਵਾਸਤੇ ਕਿਸ ਤਰ੍ਹਾਂ ਦੀ ਜਿਹੜੀ ਐਕਸਰਸਾਈਜ਼ ਜਿਹੜੀ ਹੈਗੀ ਆ ਦੇਸ਼ 'ਚ ਕਰਨੀ ਚਾਹੀਦੀ ਹੈ? ਕੋਈ ਤੁਸੀਂ ਅਗਰ ਮਸ਼ਵਰਾ ਦਿਓ ਤਾਂ ਸਿਆਸਤਦਾਨਾਂ ਨੂੰ। ਮੈਨੂੰ ਲੱਗਦਾ ਕਿ ਜਿਹੜੀ ਸਿਆਸਤ ਦਾ ਸੈਂਟਰਲਾਈਜੇਸ਼ਨ ਦਾ ਪੱਖ ਹੈ ਜੀ, ਕਾਂਗਰਸ ਨੇ ਵੀ ਸੈਂਟਰਲਾਈਜੇਸ਼ਨ ਕੀਤੀ ਹੈ ਪਹਿਲਾਂ, ਬਲਕਿ ਨਾ ਕੇਵਲ ਆਪਣੀ ਜਥੇਬੰਦੀ 'ਚ ਕੀਤੀ ਹੈ, ਦੇਸ਼ 'ਚ ਵੀ ਕੀਤੀ। ਕੋਈ ਐ ਨਹੀਂ ਕਿ ਬੀਜੇਪੀ ਨੂੰ ਉਹ ਸੌਫਟ ਸੀ ਥੋੜੀ ਸੀ, ਇਹਨੇ ਨੰਗੇ ਚਿੱਟੇ ਰੂਪ 'ਚ ਕਰਤੀ। ਫਰਕ ਇੰਨਾ ਕੀ ਹੈ, ਆ ਪੋਸਟ ਇੰਦਰਾ ਗਾਂਧੀ ਸੌਫਟ ਹੋਏ ਨੇ, ਪਹਿਲਾਂ ਤਾਂ ਉਹ ਵੀ ਉਹੀ ਕੁਝ ਮਤਲਬ ਸੌਫਟ ਹਿੰਦੂਤਵ ਦਾ ਜਿਹੜਾ ਇੱਕ ਐਮਰਜੈਂਸੀ ਲਗਾਤੀ ਸੀ, ਬਿਲਕੁਲ ਸੇਮ ਉਸੇ ਚੱਕਰ 'ਚ ਜਿਹੜਾ ਸੌਫਟ ਹਿੰਦੂਤਵ ਦਾ ਸਿਸਟਮ ਸੀ ਨਾ, ਉਹਦੇ 'ਚ ਉਹ ਸੌਫਟ ਸੀ ਥੋੜੇ ਜਿਹੇ, ਤੇ ਇਹ ਹਿੰਦੂਤਵ ਵੀ ਜੱਜ ਕੇ ਕੀਤਾ ਤੇ ਉਹਦੇ ਨਾਲ ਸੈਂਟਰਲਾਈਜੇਸ਼ਨ ਵੀ ਖੁੱਲ੍ਹ ਕੇ ਕੀਤੀ। ਤੇ ਦੇਸ਼ ਨੂੰ ਤਾਂ ਲੋੜ 1947 ਤੋਂ ਹੀ ਫੈਡਰਲ ਸਟਰਕਚਰ ਦੀ ਸੀ ਅਸਲ 'ਚ ਬੜੇ ਵੱਡੇ ਪੱਧਰ ਤੇ। ਇਸੇ ਕਰਕੇ ਜੇ ਆਪਾਂ ਦੇਖਦੇ ਹਾਂ ਰੀਜਨਲ ਪਾਰਟੀਆਂ ਦਾ ਉਹਦਾ 2014 ਤੋਂ ਪਹਿਲਾਂ 30 ਸਾਲ ਕੋਲੀਸ਼ਨ ਸਰਕਾਰਾਂ ਰਹੀਆਂ ਜੀ, ਬਿਲਕੁਲ, ਕਿਉਂਕਿ ਕਿੰਨੇ ਹੀ ਵੱਡੇ ਸੂਬੇ ਨੇ ਜੀ। ਜਿਵੇਂ ਤਾਮਿਲਨਾਡੂ ਦੇ ਵਿੱਚ ਕੋਈ ਨੈਸ਼ਨਲ ਪਾਰਟੀ ਦਾ ਮਾਨਾ ਹੀ ਨਹੀਂ ਬਚਿਆ, ਦੋਨੋਂ ਜਾਂ AIDMK ਹੈ ਜਾਂ DMK ਹੈ ਨਾ। ਔਰ ਈਵਨ ਉੜੀਸਾ ਦੇ ਵਿੱਚ ਵੀ ਮੇਨਲੀ ਬੀਜੂ ਜਨਤਾ ਦਲ ਨੂੰ ਇੰਨਾ ਚਿਰ ਹੋ ਗਿਆ ਇੱਕ ਰੀਜਨਲ ਗਰੁੱਪ ਹੈ, ਤੇ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਵੀ ਮੇਨ ਜਿਹੜੀ ਰੀਜਨਲ ਗਰੁੱਪ ਨੇ, ਚਾਹੇ ਉਹ ਨਤੀਸ਼ ਕੁਮਾਰ ਦਾ ਤੇ RJDC ਚ ਵੱਖ-ਵੱਖ ਸੀਗੇ, ਉਹੀ ਮੇਜਰ ਗਰੁੱਪ ਨੇ ਉਸ ਪੱਧਰ ਦੇ ਉੱਤੇ। ਔਰ ਕੇਰਲਾ ਦੇ ਵਿੱਚ ਬੀਜੇਪੀ ਨਹੀਂ ਹੈ, ਕੇਰਲਾ ਦੇ ਵਿੱਚ ਵੀ ਲੈਫਟ ਫਰੰਟ ਦੁਆਰਾ ਉਸੇ ਤਰੀਕੇ ਨਾਲ ਆ ਗਿਆ। ਤੇ ਜੇ ਦੋਨੋਂ ਹੀ ਪਾਰਟੀਆਂ ਦਾ ਤਾਂ ਟੱਕਰਾ ਕੇਵਲ ਜਾਂ ਰਾਜਸਥਾਨ 'ਚ ਹਜੇ ਤੱਕ ਉਸ ਲੈਵਲ ਤੇ ਸੀਗਾ, ਜਾਂ ਮੱਧ ਪ੍ਰਦੇਸ਼ ਦੇ ਵਿੱਚ ਸੀ, ਜਾਂ ਛੱਤੀਸਗੜ੍ਹ ਦੇ ਵਿੱਚ ਸੀ, ਜਾਂ ਇੱਧਰ ਆ ਕੇ ਥੋੜਾ ਹਿਮਾਚਲ ਦੇ ਵਿੱਚ ਜਿੱਥੇ ਕਿਤੇ ਇਹਨਾਂ ਦਾ ਲੱਗਦਾ ਸੀ। ਬਾਕੀ ਦੇ ਜਿਹੜੇ ਚੀਜ਼ਾਂ ਸੀ, ਬਾਕੀ 'ਚ ਤਾਂ ਅੱਜ ਵੀ ਕਿੰਨੇ ਵੱਡੇ ਸੂਬੇ ਨੇ ਜਿੱਥੇ ਰੀਜਨਲ ਪਾਰਟੀਆਂ ਦਾ ਕਾਫੀ ਜ਼ਿਆਦਾ ਹੋਲਡ ਹੈ। ਹੁਣ ਬੰਗਾਲ ਹੈ ਐਡਾ ਵੱਡਾ ਸੂਬਾ ਹੈ, ਤਾਮਿਲਨਾਡੂ ਐਡਾ ਵੱਡਾ ਸੂਬਾ ਹੈ ਜਿਹੜੇ ਟੋਟਲੀ ਉਹਦੇ, ਈਵਨ ਆਂਧਰਾ ਹੈ ਜਿਹੜਾ ਉੱਥੇ ਵੀ ਰੀਜਨਲ ਹੁਣ ਗਰੁੱਪ ਹੈ, ਤੇਲੰਗਾਨਾ ਉੱਥੇ ਵੀ ਰੀਜਨਲ ਗਰੁੱਪ ਹੈ, ਔਰ ਜਿਹੜੇ ਪੰਜਾਬ ਦੇ ਵਿੱਚ ਵੀ ਈਵਨ ਰੀਜਨਲ ਗਰੁੱਪ ਹਮੇਸ਼ਾ ਹੀ ਰਹੇ ਨੇ, ਚਾਹੇ ਅਕਾਲੀ ਦਲ ਦਾ ਪਿਛਲੇ ਦਿਨਾਂ ਦੇ ਵਿੱਚੋਂ ਗ੍ਰਾਫ ਹੇਠਾਂ ਹੀ ਗਿਆ ਕਈ ਕਾਰਨਾਂ ਕਰਕੇ, ਉਹਨਾਂ ਦਾ ਵੀ ਤਾਂ ਗਿਆ ਕਿਉਂਕਿ ਉਹ ਵੀ ਬੀਜੇਪੀ ਨਾਲ ਜੋਟੀ ਪਾ ਕੇ ਬਹਿ ਗਏ ਸੀ, ਰੀਜਨਲ ਰੁਖ ਛੱਡਤਾ ਸੀ ਉਹਨਾਂ ਨੇ ਉਸੇ ਪੱਧਰ ਤੇ। ਔਰ ਚਾਹੀਦਾ ਇਹੀ ਹੈ ਕਿ ਕੋਈ ਨੇਚਰ ਵੀ ਸਾਡੇ ਦੇਸ਼ ਦੀ ਇਹ ਹੈ, ਸੁਭਾਅ ਵੀ ਇਹ ਹੈ, ਉਹਨਾਂ ਦੀਆਂ ਸਮੱਸਿਆਵਾਂ ਵੀ ਇਹ ਕਹਿੰਦੀਆਂ ਨੇ ਕਿ ਕੋਈ ਇੱਕ ਪਾਰਟੀ ਦਾ ਕੁਐਸਚਨ ਨਹੀਂ ਚੱਲੇਗਾ, ਫੈਡਰਲ ਸਟਰਕਚਰ 'ਚ ਫੈਡਰਲ ਸੈਟਅਪ ਦੇ ਵਿੱਚ ਹੀ ਚੱਲ ਸਕਦਾ। ਔਰ ਕੋਲੀਸ਼ਨਾਂ ਦਾ 30 ਸਾਲ ਦਾ ਤਜਰਬਾ ਹੈ ਨੈਸ਼ਨਲ ਕੋਲੀਸ਼ਨ ਦਾ, ਐ ਨਹੀਂ ਹੈ ਕਿ ਇੱਕ ਦਾ ਸਾਡੇ ਕੋਲ, ਔਰ ਉਹ ਸਗੋਂ ਕੰਪੈਰੇਟਿਵਲੀ ਬੈਟਰ ਚੱਲੀਆਂ ਨੇ ਮੁਕਾਬਲਤਨ ਦੂਜੇ ਕਿਸੇ ਵੀ ਉਹਦੇ ਤੇ। ਇੰਨੀ ਤਾਨਾਸ਼ਾਹੀ ਨਹੀਂ ਚੱਲਦੀ। ਮਮਤਾ ਆਉਂਦੀ ਹੈ, ਕੌਣ ਆਉਂਦਾ ਹੈ, ਉਹ ਅਲੱਗ ਸਵਾਲ ਹੈ। ਅਜੇ ਮੈਨੂੰ ਲੱਗਦਾ ਕੋਈ ਗਰੁੱਪ, ਜਿਵੇਂ ਮਮਤਾ ਨੇ ਇੱਕ ਚਿੱਠੀ ਲਿਖੀ ਸੀ ਕਿ ਬੀਜੇਪੀ ਦੇ ਟੱਕਰੇ ਲਈ ਆਪਾਂ ਇਕੱਠੇ ਹੋ ਕੇ ਗੱਲ ਕਰੀਏ ਸਾਰਿਆਂ ਨੂੰ ਉਸ ਪੱਧਰ ਦੇ ਉੱਤੇ। ਇਸੇ ਤਰ੍ਹਾਂ ਹੁਣ ਵੀ ਜਿਵੇਂ ਕਿਸਾਨ ਅੰਦੋਲਨ ਸੀ, ਉਹਨਾਂ ਨੇ ਕਿਹਾ 26 ਮਈ ਨੂੰ ਕਾਲੇ ਝੰਡੇ ਲਾਉਣੇ, ਤਾਂ 12 ਪਾਰਟੀਆਂ ਨੇ ਘੱਟੋ ਘੱਟ ਓਪਨਲੀ ਕਿਹਾ ਕਿ ਅਸੀਂ ਤੁਹਾਡੇ ਹਮਾਇਤੀ ਹਾਂ, ਇਸ ਤਰੀਕੇ ਨਾਲ ਜਾਵਾਂਗੇ। ਪਰ ਉਦੋਂ ਪਹਿਲਾਂ 2024 ਤੋਂ ਪਹਿਲਾਂ ਇੱਕ ਸੈਮੀਫਾਈਨਲ ਆਏਗਾ, ਉਹ ਹੈ ਯੂਪੀ ਤੇ ਉੱਤਰਾਖੰਡ। ਪੰਜਾਬ ਤਾਂ ਚਲੋ ਬੀਜੇਪੀ ਲਈ ਓਡਾ ਨਹੀਂ ਹੈ, ਚਾਹੇ ਉੱਤਰਾਖੰਡ ਤਾਂ ਕਿਹਾ ਜਾਂਦਾ ਕਿ ਸਰਕਾਰ ਹੀ ਬਣਾਉਂਦਾ ਆਇਆ, ਉੱਤਰ ਪ੍ਰਦੇਸ਼ ਆਜ਼ਾਦੀ ਤੋਂ ਬਾਅਦ ਤਾਂ ਉੱਤਰ ਪ੍ਰਦੇਸ਼ ਹੀ ਸਰਕਾਰਾਂ ਬਣਾਉਂਦਾ ਸੀ। ਉੱਤਰ ਪ੍ਰਦੇਸ਼ ਦੇ ਵਿੱਚ
ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰਤਾ ਚਾਹੇ ਨਹੀਂ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਲਈ ਨਾ ਜੇ ਕਦੇ ਥੋੜਾ ਜਿਹਾ ਪ੍ਰੋਬਲਮ ਆਏਗੀ ਕਿ ਉਹ ਕੀ ਫੈਸਲਾ ਕਰਨ, ਉਹ ਪੰਜਾਬ ਚ ਆਏਗੀ ਜੀ। ਉੱਤਰਾਖੰਡ ਤੇ ਯੂਪੀ ਚੋਂ ਬੰਗਾਲ ਵਾਲਾ ਸਟੈਂਡ ਲੈ ਲੈਣਗੇ, ਉਹ ਕਹਿਣਗੇ ਵੀ ਜਿਹੜਾ ਵੀ ਖਾਲਿਸਤਾਨੀ ਤੇ ਜਿਹੜਾ ਕਾਮਰੇਡ ਖੜਾ ਕਰਤਾ ਇਹਨਾਂ ਨੇ, ਬਿਲਡ ਕਰਤਾ, ਉਹ ਵੀ ਉਹਦੇ ਤੋਂ ਇਲਾਵਾ ਵੀ, ਕਿਉਂਕਿ ਉੱਤਰਾਖੰਡ ਤੇ ਯੂਪੀ ਦੇ ਵਿੱਚ ਬੀਜੇਪੀ ਗਵਰਨਮੈਂਟ ਹੈ ਜੀ, ਤੇ ਉਹਨਾਂ ਨੇ ਕਹਿਣਾ ਬੀਜੇਪੀ ਨੂੰ ਜਿਹੜਾ ਹਰਾਊਗਾ ਉਹਨੂੰ ਵੋਟ ਪਾ ਦਿਓ। ਇੱਕ ਸਿੱਧਾ ਜਿਹਾ ਕੰਮ ਹੈ, ਕੋਈ ਬਹੁਤ ਜ਼ਿਆਦਾ ਰੌਲੇ ਵਾਲੀ ਗੱਲ ਹੀ ਨਹੀਂ ਹੈ। ਪੰਜਾਬ 'ਚ ਕਿਉਂਕਿ ਸਰਕਾਰ ਬੀਜੇਪੀ ਦੀ ਨਹੀਂ ਹੈ, ਬੀਜੇਪੀ ਬਹੁਤ ਜ਼ਿਆਦਾ ਨੇੜੇ ਤੇੜੇ ਵੀ ਨਹੀਂ ਹੈ ਜੀ, ਤੇ ਇਸ ਕਰਕੇ ਬੀਜੇਪੀ ਵਾਲਾ ਸਲੋਗਨ ਪੰਜਾਬ 'ਚ ਨਹੀਂ ਚੱਲੇਗਾ। ਪੰਜਾਬ 'ਚ ਕੋਈ ਹੋਰ ਚੀਜ਼, ਹੋਰ ਡਿਮਾਂਡ ਹੈ ਪੰਜਾਬ 'ਚ। ਪੰਜਾਬ ਨਵੀਂ ਪਾਰਟੀ ਦੀ ਡਿਮਾਂਡ ਕਰਦਾ, ਨਵੇਂ ਐਂਗਲ ਦੀ ਡਿਮਾਂਡ ਕਰਦਾ। ਪਰ ਮੇਰੇ ਖਿਆਲ ਉੱਤਰਾਖੰਡ ਤੇ ਵੀ ਗਾਜੀਪੁਰ ਜਿਹੜੇ ਬੰਦੇ ਬੈਠੇ ਨੇ ਕਿਸਾਨ, ਮੈਜੋਰਟੀ ਉੱਤਰਾਖੰਡ ਤੋਂ ਨੇ ਤੇ ਯੂਪੀ ਤੋਂ ਨੇ, ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਵੀ ਹੈ। ਔਰ ਐਡਾ ਵੱਡਾ ਪੱਛਮੀ ਯੂਪੀ ਦੇ ਵਿੱਚ ਜਿਹੜੀਆਂ ਮਹਾਪੰਚਾਇਤਾਂ ਹੋਈਆਂ, ਉਹ ਜਿਹੜਾ ਚੌਧਰੀ ਚਰਨ ਸਿੰਘ ਦੇ ਖਾਨਦਾਨ ਦਾ ਸਿਸਟਮ ਹੈ, ਇੱਕ ਲਗਾਤਾਰ ਲੋਕਦਾਲ ਵਾਲਾ ਚੱਲ ਰਿਹਾ ਤੇ ਉਹਦੇ ਮੁੰਡੇ ਨੇ ਵੀ, ਅਜੀਤ ਸਿੰਘ ਦੇ ਨੇ, ਅਜੀਤ ਸਿੰਘ ਦੀ ਡੈਥ ਹੋ ਗਈ ਇਸ ਕਰੋਨਾ ਚ, ਉਹ ਅਲੱਗ ਗੱਲ ਹੈ। ਉਹਦੀਆਂ ਮਹਾਪੰਚਾਇਤਾਂ ਚ ਇੰਨੇ ਲੋਕ ਆਉਣ ਲੱਗੇ, ਉਹਨਾਂ ਨੂੰ ਕਹਿਣ ਲੱਗੇ ਕਿ ਸਾਡੇ ਤੋਂ ਗਲਤੀ ਹੋਈ ਹੈ, ਤੁਹਾਡਾ ਕੰਮ ਰਸਤਾ ਛੱਡ ਕੇ ਇਹ ਕੀਤਾ। ਤੇ ਉਹਦੇ ਚ ਜੇ ਸਮਾਜਵਾਦੀ ਪਾਰਟੀ ਜਾਂ ਕੋਈ ਕੋਲੀਸ਼ਨ ਆ ਜਾਂਦੀ ਹੈ ਯੂਪੀ ਚ 22 ਚ ਤਾਂ ਸਮਝ ਲਓ ਬੀਜੇਪੀ ਦਾ ਅੱਧਾ ਜਿਹੜਾ ਪੈਰ ਸੀ, ਜੜਾਂ ਸੀ, ਉਹ ਹਿੱਲ ਗਈਆਂ ਉਸ ਸੈਮੀਫਾਈਨਲ ਚ, ਔਰ ਉਹ ਮਜ਼ਬੂਤੀ ਦੇਣਗੀਆਂ ਉਦੋਂ ਬਾਅਦ ਅਗਲੇ 2 ਸਾਲਾਂ ਦੇ ਵਿੱਚ। ਮੈਨੂੰ ਇਹ ਲੱਗਦਾ ਕਿ ਜਿੰਨਾ ਕੁ ਤੰਗ ਹੁਣ ਬਾਕੀ ਪਾਰਟੀਆਂ ਹੈਗੀਆਂ ਨੇ ਤੇ ਲੋਕ ਹੈਗੇ ਨੇ, ਲੋਕਾਂ ਦੀ ਉਮੀਦ ਤੇ ਪੂਰੇ ਉੱਠਦੇ, ਇਹ ਆਪਣੀ ਹਉਮੈ ਤੇ ਆਪਣੀਆਂ ਚੀਜ਼ਾਂ ਛੱਡ ਕੇ ਆਗੂਆਂ ਨੂੰ ਸ਼ਾਇਦ ਰਸਤਾ ਮਿਲੇਗਾ, ਕੋਈ ਕੋਲੂਸ਼ਨ ਦੀ ਫਾਰਮੇਸ਼ਨ ਕਰਨਗੇ 24 ਦੇ ਇਲੈਕਸ਼ਨ ਤੋਂ ਪਹਿਲਾਂ ਤੇ ਇੱਕ ਕਿਸੇ ਏਜੰਡੇ ਤੇ। ਪਰ ਜੇ ਉਹ ਲੀਡਰਾਂ ਤੇ ਹੋਏ, ਲੀਡਰਾਂ ਤੇ ਨਹੀਂ, ਦੇਸ਼ ਦੇ ਲਈ ਇੱਕ ਏਜੰਡਾ ਰੱਖਣਾ ਪਏਗਾ। ਉਹ ਏਜੰਡਾ ਫੈਡਰਲਿਜ਼ਮ ਦਾ, ਉਹ ਏਜੰਡਾ ਧਰਮ ਨਿਰਪੱਖਤਾ ਦਾ, ਉਹ ਏਜੰਡਾ ਲੋਕਾਂ ਨੂੰ ਤਾਕਤ ਦੇਣ ਦਾ, ਵੱਖ-ਵੱਖ ਕਿਸਮ ਦੇ ਜਿਹੜੇ ਵੀ ਸਵਾਲ ਨੇ, ਜੇ ਉਹ ਕਿਸਾਨਾਂ ਦੇ ਕਾਨੂੰਨ ਵਾਪਸ ਲੈਣ ਦਾ, ਜੇ ਪਹਿਲਾਂ ਨਹੀਂ ਲੈਂਦੇ ਤਾਂ ਉਦੋਂ ਬਾਅਦ ਦਾ ਸਵਾਲ ਨੇ, ਉਹਨਾਂ ਤੇ ਗੱਲ ਕਰਨੀ ਪਏਗੀ। ਤੇ ਉਸ ਏਜੰਡੇ ਦੇ ਇਰਦ ਗਿਰਦ ਮੇਰੇ ਖਿਆਲ ਉਹਦਾ ਕਾਊਂਟਰ ਬੀਜੇਪੀ ਦਾ ਕਾਂਗਰਸ ਨਹੀਂ ਬਣ ਸਕਦੀ। ਕਾਂਗਰਸ ਲਗਾਤਾਰ ਗਿਰਾਵਟ ਦੇ ਵਿੱਚ ਹੈ, ਆਸ ਰਾਜਾਂ ਦੇ ਵਿੱਚ ਵੀ ਜੋ ਹੋਇਆ ਸਭ ਦੇ ਸਾਹਮਣੇ ਹੈ। ਪਰ ਹਾਂ, ਕਾਂਗਰਸ ਅਜੇ ਵੀ ਵੱਡੀ ਪਾਰਟੀ ਹੈਗੀ ਹੈ, ਉਹਦੇ ਨਾਲ ਮਿਲ ਕੇ ਚੱਲਣ 'ਚ ਕਾਂਗਰਸ ਦਾ ਰੋਲ ਹੋ ਸਕਦਾ, ਇਕੱਲੇ ਤੌਰ ਤੇ ਨਹੀਂ ਜੀ। ਅਸੀਂ ਨਾਮਵਰ ਪੱਤਰਕਾਰ ਹਮੀਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਹੈ। ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਤੇ ਲੇਖਾ ਜੋਖਾ ਕੀਤਾ ਹੈ। ਇਹਨਾਂ 7 ਸਾਲਾਂ ਦੇ ਦੌਰਾਨ ਇੱਕ ਗੱਲ ਤਾਂ ਉੱਭਰ ਕੇ ਜਿਹੜੀ ਪਹਿਲੇ ਨੰਬਰ ਤੇ ਸਾਹਮਣੇ ਆਉਂਦੀ ਹੈ, ਉਹ ਇਹ ਆਉਂਦੀ ਹੈ ਕਿ ਬ੍ਰਾਂਡ ਮੋਦੀ ਜੇਕਰ ਦੇਸ਼ 'ਚ ਛਾਇਆ ਹੈ, ਦੁਨੀਆ 'ਚ ਛਾਇਆ ਹੈ, ਭਾਰਤ ਨੂੰ ਇੱਕ ਪਹਿਚਾਣ ਦਿੱਤੀ ਹੈ, ਤਾਂ ਉਸ ਨੂੰ ਖੋਰਾ ਵੀ ਇਹਨਾਂ 7 ਸਾਲਾਂ 'ਚ ਲੱਗਿਆ। ਇਸ ਦਾ ਸਿਹਰਾ ਜਿਹੜਾ ਹੈਗਾ ਕਿਸਾਨ ਅੰਦੋਲਨ ਨੂੰ ਜਾਂਦਾ ਹੈ, ਜਿਸ ਨੇ ਆਖਰਕਾਰ ਆ ਕੇ ਜਿਹੜਾ ਬ੍ਰਾਂਡ ਮੋਦੀ ਨੂੰ ਆਖਰੀ ਜਿਹੜੀ ਹੈਗੀ ਹੈ ਕਿੱਲ ਕਹਿ ਲਓ, ਠੋਕੀ ਹੈ। ਹਾਲੇ ਸ਼ਬਦ ਥੋੜਾ ਜਿਹਾ ਵੱਡਾ ਹੋ ਸਕਦਾ ਕਿਉਂਕਿ 2024 ਦੂਰ ਹੈ, ਪਰ ਇਸ 'ਚ ਵਰਚੁਅਲ ਤੌਰ ਦੇ ਉੱਤੇ ਆਪਾਂ ਗੱਲ ਕਹੀਏ ਤਾਂ ਇਸ 'ਚ ਕੋਈ ਕਮੀ ਵੀ ਨਹੀਂ ਰਹਿ ਗਈ ਹੈ ਕਿ ਇਸ ਬ੍ਰਾਂਡ ਦੇ ਅੱਗੇ ਜੇਕਰ ਕੋਈ ਹੋਰ ਬ੍ਰਾਂਡ, ਭਾਵੇਂ ਉਹ ਮਮਤਾ ਆ ਜਾਣ ਜਾਂ ਫੈਡਰਲ ਪਾਰਟੀਆਂ 'ਚੋਂ ਉੱਭਰ ਕੇ ਇਕੱਠੇ ਹੋ ਕੇ ਕੋਈ ਹੋਰ ਆ ਜਾਏ, ਅਗਰ ਅੱਜ ਵੀ ਉਹ ਆ ਜਾਂਦਾ ਹੈ ਤਾਂ ਜਿਹੜਾ ਗੈਰ ਸਰਕਾਰੀ ਪਤਨ, ਗੈਰ ਸਰਕਾਰੀ ਸ਼ਬਦ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਚੋਣਾਂ ਤੋਂ ਬਾਅਦ ਅਸਲੀ ਫੈਸਲਾ ਹੋਣਾ ਕਿ ਅਗਲੀ ਸਰਕਾਰ ਕਿਹੜੀ ਬਣਨੀ ਹੈ। ਪਰ ਕਈ ਵਾਰ ਹਵਾ ਜਦੋਂ ਇੰਨੀ ਬਦਲ ਜਾਂਦੀ ਹੈ ਤਾਂ ਉਹ ਇੱਕ ਕਾਗਜ਼ੀ ਸਰਕਾਰ ਬਣ ਕੇ ਰਹਿ ਜਾਂਦੀ ਹੈ। ਤਾਂ ਉਹ ਹੁਣ ਤੋਂ ਜਿਹੜਾ ਹੈਗਾ ਉਹਦੇ ਸਾਨੂੰ ਨਕਸ਼ ਤਾਂ ਦਿਖਣੇ ਸ਼ੁਰੂ ਹੋ ਗਏ ਨੇ, ਪਰ ਹਾਲੇ ਪੂਰੀ ਜਿਹੜੀ ਉਹਦੀ ਇਬਾਰਤ ਜਿਹੜੀ ਹੈਗੀ ਹੈ ਉਹ ਹਾਲੇ ਪੂਰੀ ਨਹੀਂ ਹੈ, ਅਧੂਰੀ ਹੈ। ਤੇ ਇਹ ਸਿਆਣਪ ਦੇਖਣੀ ਹੋਏਗੀ ਸਿਆਸੀ ਆਗੂਆਂ ਦੀ, ਸਿਆਸੀ ਪਾਰਟੀਆਂ ਦੀ, ਕਿ ਉਹ ਇਸ ਮੌਕੇ ਨੂੰ ਕਿਸ ਤਰ੍ਹਾਂ ਸਾਂਭਦੀਆਂ ਨੇ। ਪਰ ਕੁੱਲ ਮਿਲਾ ਕੇ ਇਹ ਗੱਲ ਸਪਸ਼ਟ ਹੈ ਕਿ 2014 ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ 22 'ਚ ਤਾਂ ਰਹੀਆਂ ਹੀ ਨੇ ਤੇ 24 'ਚ ਬਿਲਕੁਲ ਨਹੀਂ ਰਹਿਣਗੀਆਂ। ਦੇਸ਼ ਬਦਲ ਗਿਆ ਹੈ, ਜਿਵੇਂ ਕਿਹਾ ਸੀ ਕਿ ਦੇਸ਼ ਨੂੰ ਬਦਲਣ ਆਏ ਆ, ਦੇਸ਼ ਬਦਲ ਗਿਆ ਹੈ। ਬਹੁਤ ਸ਼ੁਕਰੀਆ ਅਮੀਰ ਸਿੰਘ ਜੀ, ਤੇ ਅਸੀਂ ਫੇਰ ਜੁੜਾਂਗੇ ਕਿਸੇ ਹੋਰ ਅਹਿਮ ਮੁੱਦੇ ਦੇ ਉੱਤੇ। ਬਹੁਤ ਸ਼ੁਕਰੀਆ ਜੀ।